ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਬਲਵੰਤ ਮੁਲਤਾਨੀ ਦਾ ਭਰਾ ਤੇ ਅੱਗੇ ਆ ਗਿਆ ਤੇ ਜਾਂ ਫਿਰ ਉਹ ਕੇਸ ਵਿੱਚ ਇੱਕ ਬਜ਼ੁਰਗ ਅਮਰ ਕੌਰ ਜੀ ਦੇ ਪਰਿਵਾਰ ਦੇ 3 ਜੀ ਮਾਰੇ ਦੱਸੇ ਜਾਂਦੇ ਨੇ ਇਹਨਾਂ ਵੱਲੋਂ ਸੈਣੀ ਦੇ ਨਾਂ ਲੱਗ ਰਹੇ ਨੇ ਸਮੇਤ ਸੈਣੀ ਦੇ ਤੇ ਕੀ ਹੋਰ ਪਰਿਵਾਰ ਹੁਣ ਅੱਗੇ ਆਉਣਗੇ? ਉਸ ਵੇਲੇ ਵਧੀਕੀਆਂ ਬਹੁਤ ਸਾਰੇ ਅਫਸਰਾਂ ਨੇ ਕੀਤੀਆਂ, ਸਿਰਫ ਇੱਕ ਅਫਸਰ ਨੇ ਨਹੀਂ ਕੀਤੀ, ਬਹੁਤ ਸਾਰੇ ਅਫਸਰਾਂ ਨੇ ਕੀਤੀਆਂ, ਕੁਝ ਨੇ ਜ਼ਿਆਦਾ ਕੀਤੀਆਂ ਵਾ ਜਿਨ੍ਹਾਂ 'ਚ ਸੁਮੇਧ ਸਿੰਘ ਸੈਣੀ ਦਾ ਨਾਮ ਹੀ ਆਉਂਦਾ ਵਾ। ਵੀ ਕਿਵੇਂ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ, ਕਿਵੇਂ ਉਹਦਾ ਚੰਡੀਗੜ੍ਹ ਪੁਲਿਸ ਦੇ ਵਿੱਚ ਉਦੋਂ ਸੁਮੇਧ ਸਿੰਘ ਸੈਣੀ ਐਸਐਸਪੀ ਸੀ ਚੰਡੀਗੜ੍ਹ, ਕਿਵੇਂ ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਦੇ ਡਾਇਰੈਕਸ਼ਨਸ ਤੇ ਉਹਦੇ ਨਾਲ ਤਸ਼ੱਦਦ ਹੋਇਆ ਔਰ ਫਿਰ ਇੱਕ ਝੂਠੀ ਕਹਾਣੀ ਬਣਾਈ ਗਈ ਕਿ ਉਹ ਬਲਵੰਤ ਸਿੰਘ ਮੁਲਤਾਨੀ ਨੂੰ ਬਾਕੀ ਵੈਪਨਸ ਰਿਕਵਰ ਕਰਨ ਵਾਸਤੇ ਜਾਂ ਹੋਰ ਕਿਸੇ ਨੂੰ ਫੜਾਉਣ ਵਾਸਤੇ ਕਾਦੀਆਂ ਲਿਆ ਜਾ ਰਿਹਾ ਸੀ ਜਿੱਥੋਂ ਫਰਾਰ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਅਦਾਲਤ ਨੇ, ਮੋਹਾਲੀ ਅਦਾਲਤ ਨੇ FIR ਦਰਜ ਕਰਨ ਦੇ ਹੁਕਮ ਦਿੱਤੇ ਨੇ। ਇਹ ਮਾਮਲਾ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਕੇ ਮਾਰਨ ਦੇ ਦੋਸ਼ਾਂ ਸੰਬੰਧੀ ਹੈ ਅਤੇ ਉਸ 'ਤੇ ਬਹੁਤ ਤਸ਼ੱਦਦ ਢਾਹਿਆ ਗਿਆ ਸੀ। ਮੁਲਤਾਨੀ ਸਾਬਕਾ IAS ਅਧਿਕਾਰੀ ਦੇ ਪੁੱਤਰ ਹਨ ਅਤੇ ਇਸ ਕੇਸ ਵਿੱਚ ਕਈ ਰੁਖ ਲੈਂਦਾ ਜਾ ਰਿਹਾ ਹੈ ਮਾਮਲਾ। ਅਤੇ ਇਸ ਤੋਂ ਇਲਾਵਾ ਸੁਮੇਧ ਸਿੰਘ ਸੈਣੀ ਦੀਆਂ ਵਧੀਕੀਆਂ ਜਿਵੇਂ ਕਿ ਉਹਨਾਂ 'ਤੇ ਦੋਸ਼ ਤੇ ਲੱਗਦੇ ਰਹੇ ਹਨ, ਇਸ ਸੰਬੰਧੀ ਸਭ ਤੋਂ ਵੱਧ ਕੰਮ ਜੋ ਕੀਤਾ ਹੈ ਸੀਨੀਅਰ ਪੱਤਰਕਾਰ ਅਤੇ ਇਸ ਵੇਲੇ ਸਿਆਸਤਦਾਨ ਕੰਵਰ ਸੰਧੂ ਹੋਰਾਂ ਨੇ। ਇਸ ਸਿਲਸਿਲੇ ਵਿੱਚ ਅਸੀਂ ਕੰਵਰ ਸੰਧੂ ਹੋਰਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਉਸ ਵੇਲੇ ਪੁਲਿਸ ਦੇ ਇੰਸਪੈਕਟਰ ਗੁਰਮੀਤ ਪਿੰਕੀ ਨਾਲ ਲੰਬੀਆਂ ਇੰਟਰਵਿਊਜ਼ ਕੀਤੀਆਂ ਸਨ ਅਤੇ ਡਿਟੇਲ ਵਿੱਚ ਤਹਿਕੀਕਾਤ ਕੀਤੀ ਸੀ ਅਤੇ ਉਸ ਤਹਿਕੀਕਾਤ ਨੂੰ ਉਹਨਾਂ ਨੇ ਕਈ ਮਹੀਨੇ ਲਾਏ ਸਨ। ਕੰਵਰ ਸੰਧੂ ਜੀ, ਟੀਵੀ ਪੰਜਾਬ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਵੀ ਜੀ, ਥੈਂਕ ਯੂ। ਸੰਧੂ ਸਾਹਿਬ, ਜਿਸ ਤਰ੍ਹਾਂ ਹੁਣ ਕਿਉਂਕਿ ਤੁਸੀਂ ਬਹੁਤ ਕੰਮ ਕੀਤਾ, ਇਹ ਤਹਿਕੀਕਾਤ ਕੀਤੀ ਸੁਮੇਧ ਸੈਣੀ ਹੋਰਾਂ ਦੀਆਂ ਤਥਾ ਕਥਿਤ ਜੋ ਵਧੀਕੀਆਂ ਉਹਨਾਂ ਨੇ ਲੋਕਾਂ ਨਾਲ ਕੀਤੀਆਂ ਸਨ ਜਾਂ ਉਹਨਾਂ ਨੇ ਆਪਣੇ ਪੁਲਿਸ ਕਾਲ ਵਿੱਚ ਜੋ ਕੀਤਾ, ਜਿਹੋ ਜਿਹੇ ਲੋਕਾਂ ਨੇ, ਪੀੜਤ ਪਰਿਵਾਰਾਂ ਨੇ ਦੋਸ਼ ਲਾਏ ਸਨ ਅਤੇ ਹੁਣ ਉਹਨਾਂ ਵਿਰੁੱਧ FIR ਦਰਜ ਹੋਣ ਲੱਗੀ ਹੈ ਅਦਾਲਤ ਦੇ ਹੁਕਮਾਂ 'ਤੇ। ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਦਵੀ ਜੀ, ਇਸ ਤਰ੍ਹਾਂ ਵਾ ਕਿ ਮੈਂ ਪਹਿਲਾਂ ਥੋੜ੍ਹਾ ਜਿਹਾ ਬੈਕਗਰਾਊਂਡ 'ਚ ਜਾਣਾ ਚਾਹੁੰਦਾ ਵਾਂ। ਬਿਲਕੁਲ। ਮੈਂ ਬਤੌਰ ਜਰਨਲਿਸਟ ਕਾਫੀ ਚਿੰਤਿਤ ਰਿਹਾ ਵਾਂ ਜਦੋਂ ਵੀ ਕਿਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੁੰਦੀ ਆ, ਸਿਰਫ ਪੰਜਾਬ ਦੇ ਵਿੱਚ ਨਹੀਂ, ਭਾਵੇਂ ਉਹ ਜੰਮੂ ਕਸ਼ਮੀਰ 'ਚ ਹੋਵੇ ਜਾਂ ਝਾਰਖੰਡ ਜਾਂ ਬਾਕੀ ਜਿਹੜੇ ਮੋਇਸਟ ਸਟੇਟਸ ਹੈ ਸੈਂਟਰ ਮੱਧ ਭਾਰਤ ਦੇ ਵਿੱਚ ਉੱਥੇ ਹੋਵੇ ਜਾਂ ਨਾਰਥ ਈਸਟ ਦੇ ਵਿੱਚ ਹੋਵੇ। ਸੋ ਮੈਂ ਇਸ ਮਸਲੇ ਤੇ ਕਾਫੀ ਕੰਮ ਕੀਤਾ ਵਾ। ਇਸ ਪਰਟੀਕੂਲਰ ਕੇਸ ਜਿਹੜੀ ਤੁਸੀਂ ਗੱਲ ਕਰ ਰਹੇ ਜੇ, ਇਹ ਮੇਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਸਿਰਫ ਸੁਮੇਧ ਸਿੰਘ ਸੈਣੀ ਦੇ ਖਿਲਾਫ ਨਹੀਂ। ਮੈਨੂੰ ਯਾਦ ਆ 2015 ਦੇ ਵਿੱਚ ਇੱਕ ਛੋਟੀ ਜਿਹੀ ਖਬਰ ਆਈ ਕਿਸੇ ਅਖਬਾਰ ਦੇ ਵਿੱਚ ਕਿ ਇੱਕ ਸਾਬਕਾ ਪੁਲਿਸ ਇੰਸਪੈਕਟਰ ਗੁਰਮੀਤ ਸਿੰਘ ਪਿੰਕੀ, ਕੁਝ ਲੋਕ ਇਹ ਵੀ ਆਉਂਦੇ ਪਹਿਲਾਂ ਸ਼ਾਇਦ ਉਹ ਕੈਟ ਵੀ ਸੀ, ਇਹਦੇ ਬਾਰੇ ਮੈਨੂੰ ਪਰਸਨਲ ਜਾਣਕਾਰੀ ਕੋਈ ਨਹੀਂ, ਕਿ ਉਹ ਪਿੰਕੀ ਨੇ ਜੋ ਕੁਛ ਕੀਤਾ ਵਾ ਔਰ ਜੋ ਕੁਛ ਉਹ ਤੋਂ ਕਰਵਾਇਆ ਗਿਆ ਵਾ ਉਹ ਉਹਦੇ ਵਾਸਤੇ ਬੋਲਣ ਨੂੰ ਤਿਆਰ ਆ। ਅਤੇ ਮੈਂ ਉਹਨਾਂ ਨਾਲ ਸੰਪਰਕ ਕੀਤਾ। ਫਿਰ 2015 ਦੇ 'ਚ ਆਲਮੋਸਟ 3-4 ਮਹੀਨੇ ਅਸੀਂ ਲਗਾਤਾਰ ਇੰਟਰਵਿਊਜ਼ ਕੀਤੇ ਜਿੱਥੇ ਉਹਨਾਂ ਦੱਸਿਆ ਵੀ ਕਿਹੜੇ ਕੇਸਿਸ 'ਚ ਉਹ ਆਪ ਇਨਵੋਲਵ ਸੀ, ਕਿਵੇਂ ਲੋਕੀ ਚੁੱਕੇ ਗਏ, ਕਿਵੇਂ ਉਹਨਾਂ ਦੇ ਫੇਕ ਇਨਕਾਊਂਟਰ ਹੋਏ ਔਰ ਕਿਹੜੇ ਅਫਸਰ ਇਨਵੋਲਵ ਸੀ ਉਹਦੇ ਵਿੱਚ। ਮੈਨੂੰ ਜਦੋਂ ਇਹ 5 ਜਾਂ 6 ਸੀਰੀਜ਼ ਆਈਆਂ YouTube ਦੇ ਉੱਪਰ, ਮੈਂ ਉਦੋਂ ਫ੍ਰੀ ਮੀਡੀਆ ਇਨੀਸ਼ੀਏਟਿਵ ਨਾਂ ਦਾ ਇੱਕ ਪ੍ਰੋਡਕਸ਼ਨ ਹਾਊਸ ਚਲਾਉਂਦਾ ਸੀ ਅਤੇ ਉਦੋਂ ਫਿਰ ਮੇਰੇ ਨਾਲ ਮੈਨੂੰ ਆਊਟਲੁੱਕ ਨੇ ਸੰਪਰਕ ਕੀਤਾ ਔਰ ਆਊਟਲੁੱਕ ਨੇ ਕਿਹਾ ਵੀ ਇਹਦੇ ਬਾਰੇ ਤੁਸੀਂ ਇੱਕ ਡਿਟੇਲਡ ਰਾਈਟ ਅਪ ਦਿਓ ਸਾਨੂੰ, ਜਿਹੜਾ ਛਪਿਆ ਵੀ ਦਸੰਬਰ ਦੇ ਵਿੱਚ। ਉਹ ਰਾਈਟ ਅਪ ਜਿਹੜਾ ਵਾ ਉਹ ਹੁਣ ਆਧਾਰ ਬਣਿਆ ਵਾ, ਜਿਹੜਾ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਫਰੈਸ਼ FIR ਮਟੌਰ ਪੁਲਿਸ ਸਟੇਸ਼ਨ ਮਈ ਦੇ ਵਿੱਚ ਕੀਤੀ ਹੈ। ਔਰ ਉਸ ਤੋਂ ਬਾਅਦ ਉਹਦੇ 'ਚ ਕਈ ਹੋਰ ਡਿਵੈਲਪਮੈਂਟਸ ਹੋਈਆਂ ਵਾ ਔਰ 3 ਕੁ ਦਿਨ ਪਹਿਲੋਂ ਜਿਹੜੇ 2 ਸਾਬਕਾ ਇੰਸਪੈਕਟਰ ਜਿਹੜੇ ਸੁਮੇਧ ਸਿੰਘ ਸੈਣੀ ਦੇ ਕੁਲੀਗ ਸੀਗੇ, ਉਹ ਵਾਧਾ ਮਾਫ ਗਵਾਹ ਬਣ ਗਏ, ਅਪਰੂਵਰ ਬਣ ਗਏ ਔਰ ਜੋ ਉਹਨਾਂ ਨੇ ਆਪਣੀ ਗਵਾਹੀ ਦੇ ਵਿੱਚ ਮੈਜਿਸਟਰੇਟ ਦੇ ਸਾਹਮਣੇ ਕਿਹਾ ਵਾ 161 ਜਾਂ 164 ਦੇ ਬਿਆਨ ਦੇ ਵਿੱਚ, ਉਹ ਕਰੀਬ ਜੋ ਗੁਰਮੀਤ ਸਿੰਘ ਪਿੰਕੀ ਨੇ ਮੇਰੇ ਨਾਲ ਇੰਟਰਵਿਊ ਕੀਤੇ ਸੀ ਉਹਦੇ ਨਾਲ ਮੇਲ ਖਾਂਦਾ ਵਾ ਵੀ ਕਿਵੇਂ ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕਿਆ, ਕਿਵੇਂ ਉਹਦਾ ਚੰਡੀਗੜ੍ਹ ਪੁਲਿਸ ਦੇ ਵਿੱਚ ਉਦੋਂ ਸੁਮੇਧ ਸਿੰਘ ਸੈਣੀ SSP ਸੀ ਚੰਡੀਗੜ੍ਹ 'ਚ, ਕਿਵੇਂ ਇਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਇਹਨਾਂ ਦੇ ਡਾਇਰੈਕਸ਼ਨਸ 'ਤੇ ਉਹਦੇ ਨਾਲ ਤਸ਼ੱਦਦ ਹੋਇਆ। ਉਹਦੇ ਪਿਛਲੇ ਹਿੱਸੇ ਦੇ ਵਿੱਚ ਜਿਹੜਾ ਵਾ ਉਹਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਔਰ ਪਿਛਲੇ ਹਿੱਸੇ ਦੇ ਵਿੱਚ ਉਹਨਾਂ ਨੇ ਡੰਡੇ ਦਾ ਇਸਤੇਮਾਲ ਕੀਤਾ ਜਿਹਦੇ ਨਾਲ ਉਹਦੀ ਐਕਸੈਸਿਵ ਬਲੀਡਿੰਗ ਨਾਲ ਉਹ ਬੇਹੋਸ਼ ਹੋ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੋਵਾਂ ਨੇ ਜੋ ਅਖਬਾਰਾਂ 'ਚ ਆ ਰਿਹਾ ਵਾ
ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਨੂੰ ਕਿਹਾ ਗਿਆ ਕਿ ਉਹ ਬੋਡੀ ਨੂੰ ਡਿਸਪੋਜ਼ ਆਫ ਕਰ ਦਿਓ, ਔਰ ਫਿਰ ਇੱਕ ਝੂਠੀ ਕਹਾਣੀ ਬਣਾਈ ਗਈ ਵੀ ਉਹ ਬਲਵੰਤ ਸਿੰਘ ਮੁਲਤਾਨੀ ਨੂੰ ਬਾਕੀ ਵੈਪਨਸ ਰਿਕਵਰ ਕਰਨ ਵਾਸਤੇ ਜਾਂ ਹੋਰ ਕਿਸੇ ਨੂੰ ਫੜਾਉਣ ਵਾਸਤੇ ਕਾਦੀਆਂ ਲਿਆ ਜਾ ਰਿਹਾ ਸੀ, ਜਿੱਥੋਂ ਫਰਾਰ ਹੋ ਗਿਆ। ਸੋ ਇਹ ਹੁਣ ਇੰਸਪੈਕਟਰਸ ਨੇ ਦੱਸਿਆ ਵਾ ਕਿ ਉਹ ਫਰਾਰ ਹੋਣ ਦੀ ਤਾਂ ਹਾਲਤ 'ਚ ਹੀ ਨਹੀਂ ਸੀ, ਉਹ ਤਾਂ ਜ਼ਖਮੀ ਹਾਲਤ ਦੇ ਵਿੱਚ, ਬੇਹੋਸ਼ੀ ਦੀ ਹਾਲਤ ਦੇ ਵਿੱਚ ਪੁਲਿਸ ਸਟੇਸ਼ਨ ਦੇ ਵਿੱਚ ਉਹਨੂੰ ਦੇਖਿਆ ਗਿਆ। ਔਰ ਇਹਦੇ ਵਾਸਤੇ ਹੁਣ ਇਸ ਕੇਸ ਦੇ ਵਿੱਚ ਕਈ ਤਰ੍ਹਾਂ ਦੇ ਐਵੀਡੈਂਸ ਜਿਹੜੇ ਆ ਉਹ ਸਾਹਮਣੇ ਆਏ ਆ। ਪਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਸਿਰਫ ਇਹ ਕੇਸ ਦਵੀ ਜੀ ਸਿਰਫ ਅਸੀਂ ਇਨਵੈਸਟੀਗੇਟ ਨਹੀਂ ਕੀਤਾ। ਗੁਰਮੀਤ ਸਿੰਘ ਪਿੰਕੀ ਨਾਲ ਜਿਹੜੇ ਇੰਟਰਵਿਊ ਸੀ ਉਹਦੇ 'ਚ ਘੱਟੋ ਘੱਟ ਵੀ ਮੇਰੇ ਖਿਆਲ 15-20 ਕੇਸ ਜਿਹੜੇ ਆ ਉਹਨਾਂ ਦੀਆਂ ਡਿਟੇਲਸ ਆ ਵੀ ਕਿਵੇਂ ਉਹ ਸਾਰੇ ਬੰਦੇ ਚੁੱਕੇ ਗਏ, ਉਹਨਾਂ ਦੇ ਝੂਠ ਐਨਕਾਊਂਟਰ ਹੋਏ। ਜਿਸ ਤਰ੍ਹਾਂ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਇਹ ਕਾਰਵਾਈ ਅੱਗੇ ਚਲਾਉਣ ਲਈ ਉਹਨੇ ਉਪਰਾਲਾ ਕੀਤਾ ਆ, ਤੇ ਤੁਸੀਂ ਕਹਿ ਰਹੇ ਹੋ ਵੀ 15 ਕੇਸ ਤੁਸੀਂ ਇਨਵੈਸਟੀਗੇਟ ਕੀਤੇ, ਜੋ ਆਊਟਲੁੱਕ ਵਿੱਚ ਰਿਪੋਰਟ ਵੱਡੀ ਬਕਾਇਦਾ ਵਿਸਥਾਰ ਵਾਲੀ ਭਰੀ ਰਿਪੋਰਟ ਛਪੀ ਹੈ ਤੁਹਾਡੇ ਤਹਿਕੀਕਾਤ ਦੀ। ਤੇ ਤੁਹਾਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਬਲਵੰਤ ਮੁਲਤਾਨੀ ਦਾ ਭਰਾ ਤੇ ਅੱਗੇ ਆ ਗਿਆ, ਤੇ ਜਾਂ ਫਿਰ ਉਹ ਕੇਸ ਵਿੱਚ ਇੱਕ ਬਜ਼ੁਰਗ ਅਮਰ ਕੌਰ ਜੀ ਦੇ ਪਰਿਵਾਰ ਦੇ 3 ਜੀ ਮਾਰੇ ਦੱਸੇ ਜਾਂਦੇ ਨੇ ਇਹਨਾਂ ਵੱਲੋਂ, ਸੈਣੀ ਦੇ ਨਾਂ ਲੱਗ ਰਹੇ ਨੇ, ਸਮੇਤ ਸੈਣੀ ਦੇ, ਤੇ ਕੀ ਹੋਰ ਪਰਿਵਾਰ ਹੁਣ ਅੱਗੇ ਆਉਣਗੇ ਜਾਂ ਉਹ ਪਹਿਲਾਂ ਪੁਲਿਸ ਦੇ ਡਰੋਂ, ਸਟੇਟ ਦੇ ਡਰੋਂ ਅੱਗੇ ਨਹੀਂ ਆਏ? ਤੁਹਾਡਾ ਕੀ ਮੰਨਣਾ ਹੈ? ਦੇਖੋ, ਇਹ ਵੇਖਣਾ ਪਊਗਾ ਵੀ ਹੋਰ ਕੋਈ ਪਰਿਵਾਰ ਆਉਂਦਾ ਕਿ ਨਹੀਂ ਆਉਂਦਾ, ਕਿਉਂਕਿ ਉਸ ਵੇਲੇ ਵਧੀਕੀਆਂ ਬਹੁਤ ਸਾਰੇ ਅਫਸਰਾਂ ਨੇ ਕੀਤੀਆਂ, ਸਿਰਫ ਇੱਕ ਅਫਸਰ ਨੇ ਨਹੀਂ ਕੀਤੀ, ਬਹੁਤ ਸਾਰੇ ਅਫਸਰਾਂ ਨੇ ਕੀਤੀਆਂ, ਕੁਝ ਨੇ ਜ਼ਿਆਦਾ ਕੀਤੀਆਂ ਵਾ, ਜਿਨ੍ਹਾਂ 'ਚ ਸੁਮੇਧ ਸਿੰਘ ਸੈਣੀ ਦਾ ਨਾਮ ਹੀ ਆਉਂਦਾ ਵਾ। ਇਸ ਕੇਸ ਦੇ ਵਿੱਚ ਵੀ ਜਿਹੜਾ ਖੁਲਾਸਾ ਗੁਰਮੀਤ ਸਿੰਘ ਪਿੰਕੀ ਨੇ ਮੇਰੇ ਨਾਲ ਇੰਟਰਵਿਊਜ਼ ਦੇ ਵਿੱਚ ਕੀਤਾ, ਇਹ 2015 ਦੀ ਗੱਲ ਆ। ਇਸ ਕੇਸ ਦੇ ਵਿੱਚ ਵੀ ਸੁਮੇਧ ਸਿੰਘ ਸੈਣੀ ਜਦੋਂ ਰਿਟਾਇਰ ਹੋ ਗਏ, ਉਸ ਤੋਂ ਕਾਫੀ ਦੇਰ ਬਾਅਦ ਬਲਵੰਤ ਸਿੰਘ ਮੁਲਤਾਨੀ ਦਾ ਜਿਹੜਾ ਪਰਿਵਾਰ ਆ, ਉਹਦਾ ਭਰਾ ਵਾ, ਉਹਨੇ ਹੁਣ FIR ਕੀਤੀ ਹੈ। ਸੋ ਹੁਣ ਦੇਖਦੇ ਹਾਂ ਕਿ ਬਾਕੀ ਕੋਈ ਹੋਰ ਜਿਹੜੇ ਪਰਿਵਾਰ ਹੈ, ਕਿਉਂਕਿ ਉਹਦੇ 'ਚ ਕਈ ਸੀਗੇ। ਪ੍ਰੋਫੈਸਰ ਰਜਿੰਦਰਪਾਲ ਬੁਲਾਰਾ, ਉਹਨੂੰ ਚੰਡੀਗੜ੍ਹੋਂ ਚੁੱਕ ਕੇ ਲੁਧਿਆਣੇ ਖੜਿਆ ਗਿਆ, ਉੱਥੇ ਉਹਦਾ ਐਨਕਾਊਂਟਰ ਕੀਤਾ ਗਿਆ, ਟਾਰਚਰ ਕੀਤਾ, ਫਿਰ ਐਨਕਾਊਂਟਰ ਕੀਤਾ ਗਿਆ। ਇਸੇ ਤਰ੍ਹਾਂ ਹੀ ਸ਼ੇਰ ਸਿੰਘ ਨਾਂ ਦਾ ਇੱਕ ਸੱਜਣ ਸੀਗਾ, ਗੁਰਮੁਖ ਸਿੰਘ ਨਾਗੋਕੇ ਇੱਕ ਸੱਜਣ ਸੀਗਾ, ਦਰਸ਼ਨ ਸਿੰਘ ਹੈਂਡੀਕੈਪਡ ਬੰਦਾ, ਉਹਨੂੰ ਚੁੱਕ ਕੇ ਉਹਨੂੰ ਦਰਿਆ ਦੇ ਵਿੱਚ ਸੁੱਟਿਆ ਗਿਆ। ਇਹ ਸਭ ਕੁਝ ਉਹਨੇ ਮੈਨੂੰ ਦੱਸਿਆ ਸੀਗਾ, ਔਰ ਕਰੀਬ 10-15 ਕੇਸ ਉਸ ਆਊਟਲੁੱਕ ਰਿਪੋਰਟ ਦੇ ਵਿੱਚ ਡਿਟੇਲਸ ਉਹਨਾਂ ਦੇ ਮੈਂਸ਼ਨਡ ਆ। ਪਰ ਜੋ ਕੁਛ ਮੈਨੂੰ ਗੁਰਮੀਤ ਸਿੰਘ ਨੇ ਦੱਸਿਆ ਸੀ, ਉਹ ਕਰੀਬ ਆਲਮੋਸਟ 25-30-40 ਕੇਸਿਸ ਹੋਣਗੇ। ਉਹ ਸਾਰੇ ਕੇਸਿਸ ਜਿਹੜੇ ਆਊਟਲੁੱਕ 'ਚ ਰਿਪੋਰਟ ਵੀ ਨਹੀਂ ਹੋਏ। ਹੁਣ ਦੇਖਦੇ ਹਾਂ ਕੋਈ ਪਰਿਵਾਰ ਹੋਰ ਜ਼ਰੂਰਤ ਕਰਦਾ ਔਰ ਅੱਗੇ ਆਉਂਦਾ ਕਿ ਨਹੀਂ। ਜੀ, ਅੱਛਾ, ਕੀ ਕਹਿੰਦੇ ਨੇ ਤੁਹਾਨੂੰ, ਇਹ ਪਿਛਲੀ ਸਰਕਾਰ ਸੀ ਪੰਜਾਬ ਵਿੱਚ, ਅਕਾਲੀ ਭਾਜਪਾ ਸਰਕਾਰ ਸੀ, ਤਾਂ ਇਹਨਾਂ ਨੂੰ DGP ਬਣਾ ਦਿੱਤਾ ਗਿਆ ਸੀ। ਤੇ ਅਸੀਂ ਇਹ ਤਾਂ ਨਹੀਂ, ਬੇਸ਼ੱਕ ਉਹ ਆਪਣੀ ਵਾਰੀ ਦੇ ਮੁਤਾਬਕ ਬਣੇ ਹੋਣਗੇ, ਪਰ ਫਿਰ ਵੀ ਪਿਛਲੀ ਸਰਕਾਰ ਇਹਨਾਂ 'ਤੇ ਕੁਝ ਮਿਹਰਬਾਨ ਸੀ। ਤੇ ਹੁਣ ਕਾਂਗਰਸ ਸਰਕਾਰ ਪੰਜਾਬ ਵਿੱਚ ਆਈ ਹੈ, ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਆਈ ਹੈ, ਤੇ ਹੁਣ ਉਹਨਾਂ 'ਤੇ ਕਾਰਵਾਈ ਹੋ ਰਹੀ ਹੈ, ਜਦੋਂ ਕਿ ਇਹ ਤਾਂ ਹੈ ਨਹੀਂ ਕਿ ਕਾਂਗਰਸ ਪਹਿਲੀ ਵਾਰੀ ਆਈ ਹੈ ਪੰਜਾਬ 'ਚ। ਤੇ ਕੀ ਤੁਹਾਨੂੰ ਇਹਦੇ ਪਿੱਛੇ ਕੋਈ ਸਿਆਸੀ ਮੰਤਵ ਲੱਗਦਾ ਹੈ ਸੁਮੇਧ ਸੈਣੀ ਤੇ ਇਸ ਵੇਲੇ ਇਸ ਤਰ੍ਹਾਂ ਕਾਰਵਾਈ ਹੋਣ ਦਾ? ਕਿਉਂਕਿ ਹੁਣ ਤੱਕ ਪੁਲਿਸ ਵਧੀਕੀਆਂ ਸੰਬੰਧੀ ਬਹੁਤੀਆਂ ਕਾਰਵਾਈਆਂ ਵਿੱਚ ਪੀੜਤਾਂ ਨੂੰ ਨਿਆਂ ਨਹੀਂ ਮਿਲਿਆ, ਇਹ ਸੱਚ ਹੈ। ਜਿੰਨਾ ਉਹ ਅੱਤਵਾਦ ਦਾ ਸਮਾਂ ਸੀ, ਉਹ ਕਾਲਾ ਦੌਰ ਸੀ ਪੰਜਾਬ 'ਤੇ ਆਇਆ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਵੀ ਕੋਈ ਸਿਆਸੀ ਮੰਤਵ ਹੋਏਗਾ? ਦੇਖੋ, ਇਹ ਤਾਂ ਕਹਿਣਾ ਮੁਸ਼ਕਿਲ ਹੈ ਵੀ ਜੋ ਹੁਣ ਕਾਰਵਾਈ ਹੋ ਰਹੀ ਹੈ ਇਹਦੇ ਪਿੱਛੇ ਕੋਈ ਸਿਆਸੀ ਮੰਤਵ ਹੈ ਜਾਂ ਨਹੀਂ ਹੈ, ਕਿਉਂਕਿ ਇਹ ਜਿਹੜੀ ਮਟੌਰ ਪੁਲਿਸ ਸਟੇਸ਼ਨ 'ਚ FIR ਕੀਤੀ ਹੈ, ਉਹ ਬਲਵੰਤ ਸਿੰਘ ਮੁਲਤਾਨੀ ਦੇ ਭਰਾ ਨੇ ਕੀਤੀ ਹੈ। ਉਹਨਾਂ ਨੂੰ ਕਿਹਨੇ ਕਿਹਾ, ਜਾਂ ਉਹਨਾਂ ਨੂੰ ਕਿਸੇ ਨੇ ਫੋਰਸ ਕੀਤਾ, ਜਾਂ ਉਹਨਾਂ ਆਪਣੀ ਮਰਜ਼ੀ ਨਾਲ ਕੀਤਾ, ਇਹਦੇ ਬਾਰੇ ਮੈਨੂੰ ਪਤਾ ਨਹੀਂ, ਸ਼ਾਇਦ ਬਲਵੰਤ ਸਿੰਘ ਮੁਲਤਾਨੀ ਦਾ ਭਰਾ ਹੀ ਦੱਸ ਸਕਦਾ ਵਾ। ਲੇਕਿਨ ਇੱਕ ਗੱਲ ਦੀ ਹੈਰਾਨੀ ਜ਼ਰੂਰ ਹੁੰਦੀ ਆ ਵੀ ਕਿਵੇਂ ਇੰਨੇ ਸਾਲ ਇੰਨੇ ਕੇਸਿਸ ਹੋਏ ਔਰ ਉਹਨਾਂ ਦੀ ਸਹੀ ਪੈਰਵਾਈ ਕਿਉਂ ਨਹੀਂ ਹੋਈ। ਬਹੁਤ ਥੋੜ੍ਹੇ ਕੇਸਿਸ ਦੀ ਪੈਰਵਾਈ ਹੋਈ ਆ, ਔਰ ਇਹਦੇ ਕਰਕੇ ਮੇਰੇ ਖਿਆਲ ਇਸ ਮਸਲੇ ਦੇ ਵਿੱਚ ਸ਼ਾਇਦ ਸਾਰੀਆਂ ਸਰਕਾਰਾਂ ਜਿਹੜੀਆਂ ਹੁਣ ਤੱਕ 1990 ਤੋਂ ਬਾਅਦ ਆਈਆਂ ਵਾ, ਉਹ ਸਾਰੀਆਂ ਹੀ ਜ਼ਿੰਮੇਵਾਰ ਆ। 1986 'ਚ ਇੱਕ ਇਨਸੀਡੈਂਟ ਹੋਇਆ ਸੀ ਨਕੋਦਰ ਦੇ ਵਿੱਚ, ਜਿੱਥੇ 4 ਨੌਜਵਾਨ ਮਾਰੇ ਗਏ ਸੀਗੇ। ਉਹਦੀ ਜਦੋਂ ਇਨਕੁਆਇਰੀ ਹੋਈ ਉਹਦੀ, ਔਰ ਇਨਕੁਆਇਰੀ ਦੀਆਂ ਫਾਈਂਡਿੰਗਸ ਵਿਧਾਨ ਸਭਾ 'ਚ ਪੇਸ਼ ਵੀ ਹੋਈਆਂ, ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਔਰ ਜਿਹੜੇ ਲੋਕੀ ਉਹਦੇ 'ਚ ਨੇਮਡ ਸੀਗੇ, ਉਹ ਬਾਅਦ ਦੇ ਵਿੱਚ ਪੰਜਾਬ ਦੇ DGP ਬਣੇ। ਜਿਵੇਂ ਐਗਜ਼ੈਕਟਲੀ ਸੁਮੇਧ ਸਿੰਘ ਸੈਣੀ ਦੇ ਉੱਤੇ ਇਲਜ਼ਾਮ ਕਈ ਲੱਗੇ ਆ, ਇਲਜ਼ਾਮ ਲੱਗੇ, ਔਰ ਕਈ ਕੇਸ ਚੱਲ ਵੀ ਰਹੇ ਆ। ਜਿਹੜਾ ਅਮਰ ਕੌਰ ਦਾ ਤੁਸੀਂ ਕੇਸ ਦੱਸ ਰਹੇ ਜੇ, ਉਹ ਕੇਸ ਨੂੰ ਵੀ ਆਲਮੋਸਟ 24-25 ਸਾਲ ਹੋ ਗਏ ਉਸ ਕੇਸ ਚੱਲਦੇ ਨੂੰ, ਔਰ ਉਹਦੇ 'ਚ ਬਹੁਤਾ ਪ੍ਰੋਗਰੈਸ ਨਹੀਂ ਹੋਇਆ। ਇਸ ਵੇਲੇ ਦਿੱਲੀ ਦੇ ਵਿੱਚ ਉਹ ਕੇਸ ਚੱਲਦਾ ਵਾ। ਉਸ ਕੇਸ ਦੇ ਬਾਵਜੂਦ, ਚਲੋ ਆਹ ਕੇਸ ਤੇ ਬਾਅਦ 'ਚ ਆਇਆ ਵਾ, ਇਸ ਕੇਸ ਦੇ ਵਿੱਚ ਪਹਿਲੋਂ ਇਹ ਕੇਸ ਸ਼ੁਰੂ ਹੋਇਆ ਸੀਗਾ ਹਾਈ ਕੋਰਟ ਦੇ ਆਰਡਰਸ 'ਤੇ, ਲੇਕਿਨ 2008 ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ CBI ਦੀ FIR ਸੀ ਉਹ ਕੁਐਸ਼ ਕਰਤੀ ਸੀ
ਇਹ ਕੇਸ ਦੁਬਾਰਾ ਸ਼ੁਰੂ ਹੋਇਆ ਵਾ। ਲੇਕਿਨ ਕਿਸੇ ਸਰਕਾਰ ਨੇ ਹੁਣ ਤੱਕ ਇਹੋ ਜਿਹੀਆਂ ਵਧੀਕੀਆਂ ਦੇ ਉੱਤੇ ਪ੍ਰੋਪਰ ਇਨਕੁਆਇਰੀ, ਜਿਹੋ ਜਿਹੀ ਇਨਕੁਆਇਰੀ ਹੋਣੀ ਚਾਹੀਦੀ ਹੈ, ਉਹ ਨਹੀਂ ਕੀਤੀ। ਔਰ ਇਹ ਬਹੁਤ ਅਫਸੋਸ ਦੀ ਗੱਲ ਹੈ, ਕਿਉਂਕਿ ਜੇ ਇਸ ਤਰ੍ਹਾਂ ਇਨਕੁਆਇਰੀ ਨਹੀਂ ਹੋਣੀਆਂ ਦਵੀ ਜੀ, ਤੇ ਮੇਰਾ ਖਿਆਲ ਹੈ ਲੋਕਾਂ ਨੂੰ ਆਪਣੇ ਹੀ ਸਰਕਾਰਾਂ ਦੇ ਵਿੱਚ ਵਿਸ਼ਵਾਸ ਜਿਹੜਾ ਵਾ ਉਹ ਉੱਠ ਜਾਣਾ। ਹਾਂ, ਉੱਠਿਆ ਹੀ ਹੋਇਆ ਹੈ। ਜਿਸ ਤਰ੍ਹਾਂ ਹੁਣ ਪੰਥ ਹਿਤੈਸ਼ੀ ਅਖਵਾਉਂਦੀ ਸੀ ਅਕਾਲੀ ਸਰਕਾਰ, ਤਾਂ ਘੱਟੋ ਘੱਟ ਪੰਥ ਹਿਤੈਸ਼ੀ ਆਪਣੇ ਆਪ ਨੂੰ ਅਖਵਾਉਂਦੀ ਸੀ। ਅਤੇ ਜੇ ਸਿੱਖ ਤਾਂ ਭਾਵੇਂ ਨਹੀਂ ਸਿੱਖ ਹੀ ਕਹਿਣਾ ਪਏਗਾ, ਪਰ ਇੱਥੇ ਕਿ ਉਹ ਅੱਤਵਾਦ ਵੇਲੇ ਜਿਨ੍ਹਾਂ 'ਤੇ ਜ਼ੁਲਮ ਹੋਏ, ਜੇ ਉਹਨਾਂ ਪਰਿਵਾਰਾਂ ਨੂੰ ਇਨਸਾਫ ਨਹੀਂ ਦਿਵਾ ਸਕੇ, ਅਤੇ ਪਿੰਕੀ ਤੁਹਾਡੇ ਨਾਲ ਇੰਟਰਵਿਊਜ਼ ਵਿੱਚ ਗੁਰਮੀਤ ਪਿੰਕੀ ਨੇ ਜੋ ਖੁਲਾਸੇ ਕੀਤੇ ਸਨ ਤੁਹਾਨੂੰ, ਅਤੇ ਜੋ ਹੁਣ 2 ਵਾਅਦਾ ਮੁਆਫ ਗਵਾਹ ਬਣੇ ਨੇ ਪੁਲਿਸ ਵਾਲੇ, ਕੁਲਦੀਪ ਸਿੰਘ ਸੰਧੂ ਤੇ ਜਗੀਰ ਸਿੰਘ, ਤੇ ਉਹਨਾਂ ਨੇ ਵੀ ਉਸੇ ਤਰ੍ਹਾਂ ਦੀ ਗੱਲਬਾਤ ਕੀਤੀ ਹੈ ਜੋ ਪਿੰਕੀ ਦੇ ਬਿਆਨਾਂ ਨਾਲ, ਜੋ ਤੁਹਾਡੇ ਵਾਲੀ ਇੰਟਰਵਿਊ ਕੀਤੀ, ਉਹ ਬਿਆਨਾਂ ਨਾਲ ਮੇਲ ਖਾਂਦਾ ਹੈ। ਤਾਂ ਇੱਥੋਂ ਕਿ ਜੋ ਪਿਛਲੀ ਸਰਕਾਰ ਸੀ ਅਕਾਲੀ ਸਰਕਾਰ, ਜੋ ਅਕਾਲੀ ਲੀਡਰ ਸਨ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬਹੁਤ ਕੱਦਾਵਰ ਲੀਡਰ ਨੇ, ਅਤੇ ਉਹਨਾਂ ਦਾ ਕਿਰਦਾਰ ਵੀ ਸਾਹਮਣੇ ਆਉਂਦਾ ਹੈ ਕਿ ਉਹ ਕਿੰਨੇ ਕੁ ਹਿਤੈਸ਼ੀ ਸਨ ਲੋਕਾਂ ਦੇ। ਬਿਲਕੁਲ ਜੀ, ਮੇਰਾ ਖਿਆਲ ਹੈ ਇੱਕ ਆਵਾਜ਼ ਤੇ ਉੱਠ ਹੀ ਰਹੀ ਹੈ ਵੀ ਜਿਹੜੇ ਗੁਨਾਹਗਾਰ ਆ, ਸੁਮੇਧ ਸਿੰਘ ਸੈਣੀ ਜਾਂ ਜਿਹੜੇ ਵੀ ਹੋਰ ਗੁਨਾਹਗਾਰ ਉਹਨਾਂ ਦੇ ਨਾਲ ਅਫਸਰ ਜਿਨ੍ਹਾਂ ਨੇ ਇਹ ਸਭ ਕੁਝ ਕੀਤਾ, ਬਲਵੰਤ ਸਿੰਘ ਮੁਲਤਾਨੀ ਨੂੰ ਦੇ ਉੱਤੇ ਤਸ਼ੱਦਦ ਕੀਤਾ ਔਰ ਫਿਰ ਉਹਨਾਂ ਦੀ ਲਾਸ਼ ਜਿਹੜੀ ਹੈ ਲਾਪਤਾ ਕਰਤੀ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਆਵਾਜ਼ ਉੱਠ ਰਹੀ ਹੈ। ਲੇਕਿਨ ਇਹਦੇ ਨਾਲ ਨਾਲ ਇੱਕ ਆਵਾਜ਼ ਇਹ ਵੀ ਉੱਠ ਰਹੀ ਹੈ ਵੀ ਜਿਹੜੇ ਸਿਆਸੀ ਲੀਡਰਾਂ ਨੇ ਇਹਨਾਂ ਨੂੰ ਸ਼ਹਿ ਦਿੱਤੀ, ਜਿਨ੍ਹਾਂ ਨੇ ਸਿਰਫ ਸ਼ਹਿ ਨਹੀਂ ਦਿੱਤੀ, ਉਹਨਾਂ ਨੂੰ ਉੱਚੇ ਅਹੁਦਿਆਂ 'ਤੇ ਲਾਇਆ, ਉਹਨਾਂ ਦੇ ਖਿਲਾਫ ਵੀ ਕਾਰਵਾਈ ਬਣਦੀ ਆ। ਵੀ ਆਫਟਰ ਆਲ ਜੇ ਰੂਲ ਆਫ ਲਾਅ ਦੀ, ਅਮਨ ਕਾਨੂੰਨ ਦੀ ਉਲੰਘਣਾ ਅਫਸਰਾਂ ਨੇ ਕੀਤੀ ਆ, ਅਤੇ ਸਰਕਾਰਾਂ ਨੇ ਵੀ ਉਹਨਾਂ ਅਧਿਕਾਰੀਆਂ ਨੂੰ ਉੱਚੇ ਅਹੁਦਿਆਂ 'ਤੇ ਲਾ ਕੇ ਉਹਨਾਂ ਵੀ ਉਲੰਘਣਾ ਕੀਤੀ ਹੈ, ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਸੋ ਇੱਕ ਆਵਾਜ਼ ਉੱਠ ਰਹੀ ਆ। ਹੁਣ ਪਤਾ ਨਹੀਂ ਹੈ ਕਿਸੇ ਕਾਨੂੰਨ ਥੱਲੇ ਉਹਨਾਂ ਸਿਆਸੀ ਲੀਡਰਾਂ ਨੂੰ ਵੀ ਕਟਹਿਰੇ 'ਚ ਖੜਾ ਕੀਤਾ ਜਾ ਸਕਦਾ ਜਾਂ ਨਹੀਂ। ਨਹੀਂ, ਕੀ ਕਰਨਾ ਬਣਦਾ, ਕਿਉਂਕਿ ਉਹ ਸਿਆਸੀ ਲੀਡਰ ਉਸ ਵੇਲੇ ਸੱਤਾ ਵਿੱਚ ਸਨ, ਅਤੇ ਉਹਨਾਂ ਨੇ ਉਹਨਾਂ ਨੂੰ ਵਧੀਕੀਆਂ ਤੋਂ ਵਰਜਣਾ ਤਾਂ ਕੀ ਸੀ, ਸਗੋਂ ਉੱਚੇ ਉੱਚੇ ਅਹੁਦੇ ਦੇ ਕੇ ਨਵਾਜਿਆ। ਸ਼ਾਇਦ ਕੋਈ ਜਾਂ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਪਲਮ ਪੋਸਟਾਂ ਦਿੱਤੀਆਂ, ਇਨਾਮ ਦਿੱਤੇ ਹੋਣ, ਇਨਾਮ ਦਿੱਤੇ ਹੀ ਸਮਝੇ ਜਾ ਸਕਦੇ ਨੇ ਕਿ ਉਹਨਾਂ ਦੇ ਕੋਈ ਮੰਤਵ ਪੂਰੇ ਹੋਏ ਹੋਣਗੇ ਤਥਾ ਕਥਿਤ ਤੌਰ 'ਤੇ। ਇਹਦੇ 'ਚ ਇੱਕ ਐਸਪੈਕਟ ਹੋਰ ਵੀ ਆ ਜੀ। ਕਈ ਪੁਲਿਸ ਆਫੀਸਰਸ ਦੇ ਉੱਤੇ ਇਲਜ਼ਾਮ ਲੱਗੇ, ਲੋਕੀ ਹਾਈ ਕੋਰਟ ਗਏ, ਹਾਈ ਕੋਰਟ ਦੇ ਕਹਿਣ ਦੇ ਉੱਤੇ ਉਹਨਾਂ ਦੇ ਖਿਲਾਫ ਇਨਕੁਆਇਰੀਆਂ ਵੀ ਸ਼ੁਰੂ ਹੋਈਆਂ। ਤੁਸੀਂ ਹੈਰਾਨ ਹੋ ਗਏ ਦਵੀ ਜੀ ਕਿ ਬਹੁਤ ਕੇਸਿਸ ਦੇ ਵਿੱਚ ਉਹ ਜਿਹੜੇ ਅਫਸਰ, ਪੁਲਿਸ ਅਫਸਰ ਸੀ ਜਿਨ੍ਹਾਂ ਦੇ ਖਿਲਾਫ ਪੈਰਵਾਈ ਹੋ ਰਹੀ ਸੀ, ਉਹਨਾਂ ਦੀ ਮਦਦ ਸਰਕਾਰ ਨੇ ਆਪਣੇ ਸੀਕ੍ਰੇਟ ਫੰਡਸ ਦੇ ਵਿੱਚੋਂ ਕੀਤੀ ਹੈ। ਸੋ ਇਹ ਸੋ ਲਗਾਤਾਰ ਜਿਹੜੀਆਂ ਸਰਕਾਰਾਂ ਵਾ ਉਹ ਜ਼ਿੰਮੇਵਾਰ ਆ। ਔਰ ਮੇਰਾ ਖਿਆਲ ਆ ਹੁਣ ਵਾਲੀ ਸਰਕਾਰ ਜਿਹੜੀ ਆ, ਇਹਨਾਂ ਨੇ ਵੀ ਇਸ ਕੇਸ ਨੂੰ ਦੇ ਵਿੱਚ ਕਾਰਵਾਈ ਜ਼ਰੂਰ ਸ਼ੁਰੂ ਹੋਈ ਆ ਔਰ ਕਾਰਵਾਈ ਕਰ ਰਹੇ ਆ। ਪਰ ਇਹੋ ਜਿਹੇ ਦਰਜਨਾਂ ਕੇਸ ਆ, ਸੈਂਕੜਾ ਕੇਸ ਆ ਜਿਨ੍ਹਾਂ 'ਤੇ ਸ਼ਾਇਦ ਕਾਰਵਾਈ ਬਣਦੀ ਆ ਔਰ ਜਿਹੜੀ ਕਾਰਵਾਈ ਨਹੀਂ ਕੀਤੀ। ਤੁਹਾਨੂੰ ਲੱਗਦਾ ਇਹ ਕੇਸ ਕਿਸੇ ਲੌਜੀਕਲ ਐਂਡ 'ਤੇ ਪਹੁੰਚੇਗਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇਗਾ? ਦੇਖੋ, ਇਹ ਕਹਿਣਾ ਕਾਫੀ ਮੁਸ਼ਕਿਲ ਆ। ਕਾਫੀ ਕੁਝ ਡਿਪੈਂਡ ਕਰਦਾ ਵਾ ਕੋਰਟਸ ਦੇ ਉੱਪਰ, ਹਾਈ ਕੋਰਟ ਔਰ ਸੁਪਰੀਮ ਕੋਰਟ ਦੇ ਉੱਪਰ। ਇਸੇ ਕੇਸ ਦੇ ਵਿੱਚ ਇੱਕ FIR ਹਾਈ ਕੋਰਟ ਦੇ ਡਾਇਰੈਕਸ਼ਨਸ 'ਤੇ ਹੋਈ, ਕੇਸ CBI ਨੂੰ ਸੌਂਪਿਆ ਗਿਆ। CBI ਨੇ ਇਨਕੁਆਇਰੀ ਕਰਕੇ ਉਹਦੀ ਰਿਪੋਰਟ ਪੇਸ਼ ਕੀਤੀ, ਲੇਕਿਨ ਸੁਪਰੀਮ ਕੋਰਟ ਨੇ ਕੁਝ ਟੈਕਨੀਕਲ ਗਰਾਊਂਡਸ 'ਤੇ ਉਹ FIR ਕੁਐਸ਼ ਕਰਤੀ। ਉਹਦੇ 'ਚ ਇੱਕ ਥੋੜ੍ਹੀ ਜਿਹੀ ਵਿੰਡੋ ਜ਼ਰੂਰ ਛੱਡਤੀ ਸੁਪਰੀਮ ਕੋਰਟ ਨੇ ਵੀ ਇਸ ਕੇਸ ਦੇ ਵਿੱਚ ਇਹ ਤਾਂ FIR ਕੁਐਸ਼ ਹੁੰਦੀ ਆ, ਖਤਮ ਹੁੰਦੀ ਆ, ਲੇਕਿਨ ਤੁਸੀਂ ਦੁਬਾਰਾ ਕਾਰਵਾਈ ਕਰਵਾ ਸਕਦੇ ਜੇ। ਔਰ ਉਸੇ ਹੀ ਜਿਹੜਾ ਪਹਿਲੂ ਆ ਉਹਨੂੰ ਲੈ ਕੇ ਹੁਣ ਇਹ ਤਾਜ਼ਾ FIR ਜਿਹੜੀ ਆ ਇਹ ਮਟੌਰ ਪੁਲਿਸ ਸਟੇਸ਼ਨ ਮਈ ਦੇ ਵਿੱਚ ਮੁਲਤਾਨੀ ਦੇ ਭਰਾ ਨੇ ਕੀਤੀ ਹੈ। ਇਹ ਜਿਹੜੀਆਂ ਪੰਜਾਬ 'ਚ ਪੁਲਿਸ ਵਧੀਕੀਆਂ ਸਨ, ਜਾਂ ਜੋ ਕਤਲੇਆਮ ਉਸ ਵੇਲੇ ਹੋਇਆ, ਇੱਦਾਂ ਚੁੱਕ ਕੇ ਮੁੰਡਿਆਂ ਦਾ ਘਾਣ ਕੀਤਾ ਗਿਆ, ਉਸ ਸੰਬੰਧੀ ਜਿਹੜੀ ਤੁਹਾਡੀ ਇੱਕ ਵਿਸਥਾਰਤ ਰਿਪੋਰਟ ਆਊਟਲੁੱਕ 'ਚ ਛਪੀ ਆ, ਉਹਦੇ ਵਿੱਚ ਇੱਕ ਪੱਤਰ ਵੀ ਹੈ ਜਿਹੜਾ ਇੰਟੈਲੀਜੈਂਸ ਬਿਊਰੋ ਵੱਲੋਂ ਲਿਖਿਆ ਗਿਆ KPS ਗਿੱਲ ਨੂੰ, ਕਿ ਪੁਲਿਸ ਨੂੰ ਲੁਕਵੇਂ ਰੂਪ ਵਿੱਚ ਬੇਹਿਸਾਬੀਆਂ ਤਾਕਤਾਂ ਦਿੱਤੇ ਜਾਣ ਦਾ ਉਹਦੇ 'ਚ ਜ਼ਿਕਰ ਹੈ, ਕਿ ਉਹ ਵਿਦੇਸ਼ੀ ਮੀਡੀਆ ਅੱਗੇ, ਪੱਛਮੀ ਮੀਡੀਆ ਅੱਗੇ ਜੋ ਫੇਕ ਐਨਕਾਊਂਟਰਸ ਨੇ ਉਹਨਾਂ ਦਾ ਜ਼ਿਕਰ ਸੋਚ ਸਮਝ ਕੇ ਕਰਨ, ਜਾਂ ਉਹ ਨਾ ਹੀ ਕਰਨ ਤਾਂ ਚੰਗੀ ਗੱਲ ਹੈ, ਕਿ ਉਹਨਾਂ ਨੂੰ ਇੱਕ ਮੈਨਰਿਜ਼ਮ ਦੱਸਿਆ ਗਿਆ ਕਿ ਉਹਨਾਂ ਨੇ ਪੱਛਮੀ ਮੀਡੀਆ ਅੱਗੇ ਕਿੱਦਾਂ ਪੇਸ਼ ਹੋਣਾ। ਦੇਖੋ, ਮੇਰਾ ਖਿਆਲ ਆ, ਜੋ ਮੇਰਾ ਜਰਨਲਿਸਟਿਕ ਤਜਰਬਾ ਵਾ, ਉੱਥੋਂ ਇੰਝ ਲੱਗਦਾ ਵਾ ਵੀ ਜੋ ਵੀ ਉਸ ਵੇਲੇ ਹੋ ਰਿਹਾ ਸੀ ਇਹ ਇੱਕ ਸਰਕਾਰ ਦੀ ਪਾਲਿਸੀ ਦੇ ਤਹਿਤ ਹੋ ਰਿਹਾ ਸੀ। ਉਹ ਲਿਖਤੀ ਰੂਪ ਦੇ ਵਿੱਚ ਇਹੋ ਜਿਹੀ ਪਾਲਿਸੀ ਹੈ ਕਿ ਨਹੀਂ ਹੈ ਇਹਦੇ ਬਾਰੇ ਮੈਨੂੰ ਨਹੀਂ ਪਤਾ, ਲੇਕਿਨ ਕੁਝ ਐਵੀਡੈਂਸ ਜ਼ਰੂਰ ਮਿਲਦਾ ਵਾ। ਔਰ ਇਹੋ ਹੀ ਐਵੀਡੈਂਸ ਮੈਂ ਬਤੌਰ ਜਰਨਲਿਸਟ ਕੱਢਣ ਦੇ ਵਿੱਚ ਕਾਮਯਾਬ ਹੋਇਆ। 1991 ਦਸੰਬਰ ਦੇ ਵਿੱਚ ਉਸ ਵੇਲੇ ਦੇ ਇੰਟੈਲੀਜੈਂਸ ਬਿਊਰੋ ਦੇ ਸਪੈਸ਼ਲ ਡਾਇਰੈਕਟਰ
ਵੀਜੀ ਵੈਦਿਆ ਸ਼ਾਇਦ ਉਹਨਾਂ ਦਾ ਨਾਂ ਸੀ। ਉਹਨਾਂ ਨੇ ਚਿੱਠੀ ਲਿਖੀ KPS ਗਿੱਲ ਨੂੰ। ਉਹਦਾ ਇੱਕ ਰੈਫਰੈਂਸ ਇਹ ਸੀਗਾ ਵੀ ਕੁਝ ਬਾਹਰੋਂ ਜਿਹੜੇ ਪੱਤਰਕਾਰ ਆਉਂਦੇ ਸੀ ਉਹਨਾਂ ਨੂੰ ਕਈ ਸ਼ੇਖੀ ਮਾਰਦੇ ਸੀ ਅਫਸਰ ਜਿਹੜੇ ਇੱਥੋਂ ਦੀ ਵੀ ਅਸੀਂ ਇਹਨੂੰ ਵੀ ਚੁੱਕ ਕੇ ਮਾਰਤਾ, ਉਹਨੂੰ ਵੀ ਚੁੱਕ ਕੇ ਮਾਰਤਾ। ਉਸ ਲੈਟਰ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਆਪਣੇ ਅਫਸਰਾਂ ਨੂੰ ਹਦਾਇਤ ਦਿਓ ਵੀ ਉਹਨਾਂ ਨੇ ਝੂਠੇ ਇਨਕਾਊਂਟਰ ਨਹੀਂ ਕਰਨੇ, ਕਾਨੂੰਨ ਦੀ ਉਲੰਘਣਾ ਨਹੀਂ ਕਰਨੀ। ਉਹਦੇ 'ਚ ਕਿਹਾ ਇਹ ਗਿਆ ਕਿ ਆਪਣੇ ਅਫਸਰਾਂ ਨੂੰ ਕਹੋ ਕਿ ਉਹ ਜੇ ਉਹਨਾਂ ਦੀ ਮਜਬੂਰੀ ਬਣਦੀ ਆ ਫੇਕ ਇਨਕਾਊਂਟਰ ਕਰਨ ਦੀ, ਰਾਈਟ, ਉਹ ਉਹਦੇ ਬਾਰੇ ਗੱਲ ਨਾ ਕਰਨ। ਸੋ ਇੱਕ ਤਰੀਕੇ ਨਾਲ ਉਸ ਵੇਲੇ ਦੀ ਇਹ ਪਾਲਿਸੀ ਜਗਜ਼ਾਰ ਹੁੰਦੀ ਆ, ਚੁੱਪ ਚਪੀਤੇ ਕੰਮ ਕੀਤਾ ਜਾਵੇ, ਇਹ ਮੀਡੀਆ 'ਚ ਨਹੀਂ ਆਉਣਾ ਚਾਹੀਦਾ। ਔਰ ਇਹ ਮੈਂ ਉਹ ਆਊਟਲੁੱਕ ਦੀ ਰਿਪੋਰਟ ਦੇ ਵਿੱਚ ਉਹ ਚਿੱਠੀ ਦਾ ਹਵਾਲਾ ਵੀ ਦਿੱਤਾ, ਮੇਰੇ ਕੋਲ ਉਹ ਚਿੱਠੀ ਦੀ ਕਾਪੀ ਵੀ ਸੀ। ਮੈਨੂੰ ਯਾਦ ਹੈ ਮੈਂ ਜੋ KPS ਗਿੱਲ ਨੂੰ ਇਹਦੇ ਚਿੱਠੀ ਬਾਰੇ ਪੁੱਛਿਆ ਗਿਆ ਤੇ ਉਹ ਮੇਰੇ ਤੇ ਬਹੁਤ ਖਫਾ ਹੋਏ ਕਿ ਤੁਹਾਨੂੰ ਚਿੱਠੀ ਦਿੱਤੀ ਕਿੰਨੇ ਆ, ਚਿੱਠੀ ਕਿਉਂ ਛਾਪ ਰਹੇ ਜੇ ਤੁਸੀਂ, ਇਹ ਨੈਸ਼ਨਲ ਇੰਟਰਸਟ ਨਹੀਂ ਹੈਗਾ। ਖੈਰ ਅਸੀਂ ਚਿੱਠੀ ਛਾਪੀ ਉਹ। ਸੋ ਉੱਥੋਂ ਲੱਗਦਾ ਸੀਗਾ ਕਿ ਇਹ ਇੱਕ ਉਸ ਵੇਲੇ ਦੀ ਪਾਲਿਸੀ ਸੀ। ਪਰ ਫਿਰ ਵੀ ਬਹੁਤ ਸਾਰੇ ਅਫਸਰਾਂ ਨੇ ਇਨਕਾਊਂਟਰ ਨਹੀਂ ਵੀ ਕੀਤੇ, ਫੇਕ ਇਨਕਾਊਂਟਰ ਨਹੀਂ ਵੀ ਕੀਤੇ। ਇਨਕਾਊਂਟਰ ਤੇ ਚਲੋ ਜੇ ਕੋਈ ਹਥਿਆਰ ਚੁੱਕਦਾ ਵਾ, ਪੁਲਿਸ ਦਾ ਮੁਕਾਬਲਾ ਕਰਦਾ, ਕਿਸੇ ਦਾ ਜ਼ਿਕਰ ਆਉਂਦਾ ਹੈ ਇਸ ਮਾਮਲੇ ਵਿੱਚ? ਕੋਈ ਨਾਮ ਹੈਗੇ ਨੇ ਕਿ ਜਿਨ੍ਹਾਂ ਨੇ ਇਨਕਾਊਂਟਰ ਨਹੀਂ ਕੀਤੇ, ਜਿਹੜੇ ਨੇ ਨਹੀਂ ਇਹ ਕੰਮ ਕਰਨਾ ਚਾਹਿਆ ਔਰ ਜਿਨ੍ਹਾਂ ਨੇ ਉਦੋਂ ਆਵਾਜ਼ ਚੁੱਕੀ? ਚਮਨ ਲਾਲ ਇੱਕ IG ਬਾਰਡਰ ਰੇਂਜ ਸੀਗੇ, ਸ਼ਾਇਦ ਮਹਾਰਾਸ਼ਟਰ ਸ਼ਾਇਦ ਮੱਧ ਪ੍ਰਦੇਸ਼ ਕਾਡਰ ਦੇ ਅਫਸਰ ਇੱਥੇ ਲਿਆਂਦੇ ਗਏ ਸੀ। ਉਹਨਾਂ ਦੀ ਫਿਰ KPS ਗਿੱਲ ਨਾਲ ਅਣਬਣ ਹੋ ਗਈ ਔਰ ਉਹਨਾਂ ਨੂੰ ਵਾਪਸ ਭੇਜਤਾ ਗਿਆ। ਉਹਨਾਂ ਦੇ ਖਿਲਾਫ ਇਹੋ ਜਿਹਾ ਐਵੀਡੈਂਸ ਬਹੁਤ ਘੱਟ ਮਿਲਦਾ ਵਾ, ਜੇ ਕੋਈ ਹੈ ਵੀ ਆ ਤਾਂ ਐਟਲੀਸਟ ਮੇਰੀ ਨੌਲੇਜ ਦੇ ਵਿੱਚ ਨਹੀਂ। ਔਰ ਸੋ ਲੋੜ ਉਸ ਵੇਲੇ ਉਹੋ ਜਿਹੇ ਅਫਸਰਾਂ ਦੀ ਸੀ, ਲੇਕਿਨ KPS ਗਿੱਲ ਜਾਂ ਸੁਮੇਧ ਸਿੰਘ ਸੈਣੀ ਜਾਂ ਇਹੋ ਜਿਹੇ ਹੋਰ ਵੀ ਦਰਜਨਾਂ ਅਫਸਰ ਨੇ ਜਿਨ੍ਹਾਂ ਦੇ ਉੱਤੇ ਇਹੋ ਜਿਹੀਆਂ ਐਲੀਗੇਸ਼ਨਸ ਲੱਗ ਰਹੀਆਂ ਵਾ। ਅਨਫੋਰਚੂਨੇਟਲੀ ਇਸ ਮਸਲੇ ਨੂੰ ਲੈ ਕੇ ਜਿਹੋ ਜਿਹੀ ਇਨਕੁਆਇਰੀ ਜਾਂ ਵਾਈਟ ਪੇਪਰ ਛਪਣਾ ਚਾਹੀਦਾ ਉਹ ਨਹੀਂ ਛਪਿਆ। ਅੱਜ ਵੀ ਬਹੁਤ ਸਾਰੇ ਉਹੋ ਜਿਹੇ ਅਫਸਰ ਅੱਜ ਵੀ ਸਾਡੇ ਵਿੱਚ ਦਰਮਿਆਨ ਹਨ, ਭਾਵੇਂ ਰਿਟਾਇਰ ਹੋ ਗਏ ਆ। ਸੋ ਮੇਰਾ ਖਿਆਲ ਆ ਇਹਨਾਂ ਦੇ ਕੇਸਿਸ ਦੀ ਇਨਕੁਆਇਰੀ ਅੱਜ ਵੀ ਬਣਦੀ ਆ ਤਾਂ ਕਿ ਅੱਗੇ ਤੋਂ ਇਹ ਕੰਮ ਨਾ ਹੋਵੇ ਔਰ ਪੁਲਿਸ ਆਪਣੀ ਕਾਰਗੁਜ਼ਾਰੀ ਦੇ ਵਿੱਚ ਤਬਦੀਲੀ ਲਿਆਵੇ। ਹਾਂ, ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਸਰਕਾਰਾਂ ਦੀ ਮੂਕ ਸਹਿਮਤੀ ਸੀ, ਚੁੱਪ ਚਪੀਤੀ ਸਹਿਮਤੀ ਸੀ ਇਹੋ ਜਿਹਾ ਕੁਝ ਕਰਨ 'ਚ, ਸਹਿਮਤੀ ਹੀ ਨਹੀਂ ਸੀ, ਥਾਪੜਾ ਵੀ ਸੀ। ਅਤੇ ਜਿਸ ਤਰ੍ਹਾਂ ਇਹਨਾਂ ਨੂੰ DGP ਬਣਾਇਆ ਗਿਆ ਜਾਂ ਹੋਰ ਬਥੇਰੇ ਅਫਸਰ ਨੇ ਜਿਨ੍ਹਾਂ ਨੂੰ ਇਨਾਮ ਇਹੋ ਜਿਹੇ ਇਨਾਮ ਦਿੱਤੇ ਗਏ ਅਹੁਦਿਆਂ ਦੇ। ਅਤੇ ਕੀ ਹੁਣ ਇਹੋ ਜਿਹਾ ਵੀ ਰੌਲਾ ਪਏਗਾ ਕਿ ਇਸ ਤਰ੍ਹਾਂ ਪੁਲਿਸ ਦਾ ਮਨੋਬਲ ਡਿੱਗਦਾ ਹੈ, ਉਹ ਔਖੇ ਟਾਈਮਸ ਵਿੱਚ ਕੋਪ ਨਹੀਂ ਕਰ ਸਕੇ, ਔਖੇ ਸਮਿਆਂ ਨਾਲ ਡੀਲ ਨਹੀਂ ਕਰ ਸਕੇਗੀ ਪੁਲਿਸ, ਜਿਸ ਤਰ੍ਹਾਂ ਕਿ ਆਮ ਹੁੰਦਾ ਰਿਹਾ? ਦੇਵੀ ਜੀ, ਮੇਰਾ ਆਪਣਾ ਖਿਆਲ ਆ ਕਿ ਇਹ ਇੱਕ ਕੁਝ ਲੋਕਾਂ ਦੀ ਹਾਦ ਦਲੀਲ ਹੈ ਕਿ ਪੁਲਿਸ ਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ, ਕੋਈ ਵੀ ਸਿਕਿਉਰਿਟੀ ਫੋਰਸ ਨੂੰ ਕੁਐਸਚਨ ਨਹੀਂ ਕਰਨਾ ਚਾਹੀਦਾ। ਜੇ ਕਰੋਗੇ ਤਾਂ ਉਹਨਾਂ ਦਾ ਮਨੋਬਲ ਡਿੱਗੂਗਾ। ਪਰ ਮੈਂ ਉੱਥੇ ਮੇਰਾ ਸਵਾਲ ਇਹ ਆ ਕਿ ਕੀ ਸਾਡਾ ਸੰਵਿਧਾਨ ਜਾਂ ਸਾਡਾ ਜਿਹੜਾ CRPC ਆ ਜਾਂ IPC ਆ ਉਹ ਇਜਾਜ਼ਤ ਦਿੰਦੀ ਹੈ ਸਾਨੂੰ ਧੱਕਾ ਕਰਨ ਲਈ ਜਾਂ ਕਾਨੂੰਨ ਦੀ ਉਲੰਘਣਾ ਕਰਨ ਲਈ? ਜੋ ਇਜਾਜ਼ਤ ਨਹੀਂ ਦਿੰਦੀ ਜਾਂ ਤਾਂ ਕਾਨੂੰਨ 'ਚ ਤਬਦੀਲੀ ਕਰੋ। ਫਿਰ ਜੇ ਇਜਾਜ਼ਤ ਨਹੀਂ ਦਿੰਦੀ ਤਾਂ ਇਹ ਆਪਾਂ ਇਹੋ ਜਿਹੀਆਂ ਹਰਕਤਾਂ ਕਿਉਂ ਹੋਣ ਦਿੰਦੇ ਆ? ਔਰ ਮੇਰਾ ਆਪਣਾ ਮੰਨਣਾ ਵਾ ਕਿ ਕਾਨੂੰਨ ਦੇ ਵਿੱਚ ਸਖਤੀ ਕਰਨ ਦੀ ਲੋੜ ਆ, ਤਬਦੀਲੀ ਕਰਨ ਦੀ ਲੋੜ ਆ ਔਰ ਜਿਹੜੇ ਵੀ ਲੋਕੀ ਇਹ ਵਧੀਕੀਆਂ ਕਰਦੇ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ। ਮੇਰਾ ਖਿਆਲ ਹੈ ਕਿ ਮਨੋਬਲ ਬਿਲਕੁਲ ਨਹੀਂ ਡਿੱਗਦਾ ਜੇ ਸਹੀ ਤਰੀਕੇ ਨਾਲ ਉਹਨਾਂ ਦੀ ਫੰਕਸ਼ਨਿੰਗ ਹੋਵੇ। ਜੇ ਉਹਨਾਂ ਦੀ ਫੰਕਸ਼ਨਿੰਗ ਨਹੀਂ ਹੋ ਸਕਦੀ ਤਾਂ ਕਾਨੂੰਨ 'ਚ ਤਬਦੀਲੀ ਕਰ ਲਓ। ਪਰ ਮੇਰਾ ਖਿਆਲ ਹੈ ਕਿ ਔਰ ਮੇਰਾ ਮੰਨਣਾ ਵਾ ਬਤੌਰ ਜਰਨਲਿਸਟ, ਮੈਂ 40 ਸਾਲ ਦੇ ਕਰੀਬ ਜਰਨਲਿਸਟ ਰਿਹਾ, ਮੈਂ ਹੁਣ 3 ਸਾਲ ਤੋਂ MLA ਵੀ ਹਾਂ, ਕਿ ਡੈਮੋਕ੍ਰੇਸੀ ਲੋਕਤੰਤਰ ਜਿਹੜਾ ਵਾ ਇਟ ਇਜ਼ ਨਾਟ ਫॉर ਦੀ ਬੈਸਟ ਆਫ ਟਾਈਮਸ, ਦੀ ਰੀਅਲ ਟੈਸਟ ਆਫ ਡੈਮੋਕ੍ਰੇਸੀ ਇਜ਼ ਇਨ ਦੀ ਵਰਸਟ ਆਫ ਟਾਈਮਸ। ਜਦੋਂ ਮਾੜਾ ਸਮਾਂ ਆਉਂਦਾ ਵਾ ਕੀ ਤੁਸੀਂ ਉਦੋਂ ਕਾਨੂੰਨ ਦੀ ਪਾਲਣਾ ਕਰ ਸਕਦੇ ਕਿ ਨਹੀਂ ਕਰ ਸਕਦੇ? ਇਹ ਲੋਕਤੰਤਰ ਦਾ ਟੈਸਟ ਆ। ਔਰ ਇਹਦੇ ਵਿੱਚ ਆਪਣਾ ਪੰਜਾਬ ਦੇ ਜਿਹੜੇ ਅਫਸਰ ਨੇ, ਪੰਜਾਬ ਦੀਆਂ ਸਰਕਾਰਾਂ ਵਾ, ਕੁਝ ਹੱਦ ਤੱਕ ਕੇਂਦਰ ਦੀਆਂ ਬਾਕੀ ਸੈਂਟਰਲ ਗਵਰਨਮੈਂਟ, ਕੁਝ ਹੱਦ ਤੱਕ ਬਾਕੀ ਪ੍ਰਾਂਤਾਂ ਦੀਆਂ ਸਰਕਾਰਾਂ ਇਸ ਮਸਲੇ ਦੇ ਵਿੱਚ ਫੇਲ ਹੋਈਆਂ। ਪਿੱਛੇ ਜੇ ਤੁਸੀਂ ਵੇਖਿਆ ਜਾਂ UP ਦੇ ਵਿੱਚ ਵਿਕਾਸ ਦੁਬੇ ਨਾਂ ਦੇ ਇੱਕ ਸੱਜਣ ਗੈਂਗਸਟਰ ਸੀ, ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਸੀ ਉਹਨੂੰ, ਲੇਕਿਨ ਫੇਕ ਐਨਕਾਊਂਟਰ ਕਰਨ ਦਾ ਕਿਸੇ ਨੂੰ ਅਧਿਕਾਰ ਨਹੀਂ। ਫੇਕ ਤੇ ਬੜਾ ਪੇਤਲਾ ਜਿਹਾ ਐਨਕਾਊਂਟਰ ਸੀ ਉਹ, ਕਿ ਕਿਸੇ ਤਰ੍ਹਾਂ ਵੀ ਉਹ ਮਨ ਨਹੀਂ ਲੱਗਦਾ, ਕਿਸੇ ਤਰ੍ਹਾਂ ਵੀ ਕੋਈ ਤਰਕ ਮਨ ਨਹੀਂ ਲੱਗਦਾ ਕਿ ਵਿਕਾਸ ਦੁਬੇ ਨੂੰ ਜਿਸ ਤਰ੍ਹਾਂ ਮਾਰਿਆ ਗਿਆ। ਇਸ ਤਰ੍ਹਾਂ ਦੇ ਪੰਜਾਬ 'ਚ ਵੀ ਇਹੀ ਕੁਝ ਵਾਪਰਦਾ ਰਿਹਾ। ਮੁਲਤਾਨੀ ਵਾਲਾ ਕੇਸ ਜਿਹੜਾ ਵਾ ਵੀ ਬੰਦੇ ਨੂੰ ਤੁਸੀਂ ਤਸ਼ੱਦਦ ਕਰਦੇ ਜੇ, ਲਹੂ ਲੁਹਾਨ ਕਰਕੇ, ਬੇਹੋਸ਼ ਕਰਕੇ, ਔਰ ਫਿਰ ਤੁਸੀਂ ਕਹਿੰਦੇ ਜੀ ਉਹ ਕਾਦੀਆਂ ਜਾ ਕੇ ਉੱਥੋਂ ਫਰਾਰ ਹੋ ਗਿਆ ਰਾਈਟ, ਔਰ ਫਿਰ ਸਾਰੇ ਅਫਸਰਾਂ ਨੂੰ ਤੁਸੀਂ ਚੁੱਪ ਕਰਾ ਦਿੰਦੇ ਜੇ। ਮੇਰਾ ਖਿਆਲ ਹੈ ਇਹ ਜਿਹੜੇ ਅਫਸਰ ਚੁੱਪ ਰਹੇ, ਜਿਹੜੇ ਅਫਸਰਾਂ ਨੇ ਨਾ ਨਹੀਂ ਕੀਤੀ, ਜਿਹੜੇ ਲੋਕਾਂ ਨੇ ਇਹਦੇ 'ਚ ਹਿੱਸਾ ਲਿਆ ਇਸ ਸਾਰੀ ਕਾਰਵਾਈ ਦੇ ਵਿੱਚ, ਮੇਰੇ ਖਿਆਲ ਉਹ ਸਖਤ ਤੋਂ ਸਖਤ ਸਜ਼ਾ ਦੇ
ਹੱਕਦਾਰ ਨੇ, ਬਿਲਕੁਲ ਭਾਗੀਦਾਰ ਨੇ ਉਹ ਭਾਗੀਦਾਰ ਨੇ। ਸਜ਼ਾ ਦੇ ਭਾਗੀਦਾਰ ਨੇ। ਤੇ ਨਾਲ ਹੀ ਹੁਣ ਇਹ ਵੀ ਸਵਾਲ ਉੱਠਦਾ ਹੈ ਕਿ ਕੀ ਹੋਰ ਪਰਿਵਾਰ ਵੀ ਉੱਠ ਕੇ ਆਉਣਗੇ ਜਿਨ੍ਹਾਂ ਨੂੰ ਨਿਆਂ ਨਹੀਂ ਮਿਲਿਆ? ਅਮਰ ਕੌਰ ਤੇ ਜਾ ਚੁੱਕੇ ਨੇ 90 ਸਾਲਾਂ ਤੋਂ ਉਹਨਾਂ ਦੀ ਉਮਰ ਵੱਧ ਸੀ ਉਸ ਵੇਲੇ, ਜਿਨ੍ਹਾਂ ਦੇ ਆਲਮੋਸਟ 100 ਪਰਿਵਾਰ ਸਾਲ ਦੇ ਦੀ ਤਿੰਨ ਉਮਰ ਸੀ ਜੀ। ਹਾਂਜੀ, ਤੇ ਉਹ ਜਾ ਚੁੱਕੇ ਨੇ ਨਿਆਂ ਨੂੰ ਉਡੀਕਦੇ। ਤੇ ਹੋਰ ਬਹੁਤ ਪਰਿਵਾਰ, ਕਿਉਂਕਿ ਮੁਲਤਾਨੀ ਨੂੰ ਦਾ ਮਾਮਲਾ ਇਹ 29 ਸਾਲਾਂ ਬਾਅਦ ਤੁਰਿਆ ਕਿਸੇ ਪਾਸੇ ਤਣ ਪੱਤਣ ਲੱਗਦਾ ਨਜ਼ਰ ਆ ਰਿਹਾ ਹੈ। ਤੇ 29 ਸਾਲਾਂ ਬਾਅਦ ਹੀ ਕਿਉਂ ਇੰਨਾ ਲੰਮਾ ਸਮਾਂ ਕਿਉਂ ਵਾਪਰਦਾ ਇੱਕ ਤਾਂ? ਤੇ ਦੂਸਰੀ ਗੱਲ ਕਿ ਜੇ ਮੁਲਤਾਨੀ ਕਿਸੇ ਤਰ੍ਹਾਂ ਸ਼ਾਮਲ ਸੀ ਇਹੋ ਜਿਹੇ ਗੁਨਾਹ ਵਿੱਚ, ਜਿਸ ਤਰ੍ਹਾਂ ਇਹ ਉਹਨਾਂ ਦੇ ਕਾਫਲੇ ਤੇ ਹਮਲਾ ਹੋਇਆ ਸੀ ਨਾ ਸੁਮੇਧ ਸੈਣੀ ਉਹਨਾਂ ਦੇ, ਐਸਐਸਪੀ ਸਨ ਜਦੋਂ ਉਹ ਚੰਡੀਗੜ੍ਹ ਦੇ, ਤੇ ਉਦੋਂ ਇਹ ਤਲਾਸ਼ੀ ਦੀ ਮੁਹਿੰਮ ਐਡੇ ਜ਼ੋਰਦਾਰ ਢੰਗ ਨਾਲ ਆਰੰਭੀ ਗਈ ਕਿ ਮੁਲਤਾਨੀ ਦੀ ਮੌਤ ਤਸ਼ੱਦਦ ਕਰਕੇ ਉਹਦੀ ਮੌਤ ਦੇ ਸਿੱਟੇ ਦੇ ਰੂਪ ਵਿੱਚ ਸਾਹਮਣੇ ਆਈ। ਤੇ ਮੈਂ ਇਹ ਜਾਣਨਾ ਚਾਹੁੰਦੀ ਹਾਂ ਕਿ ਕੀ ਕਾਨੂੰਨ, ਬਿਲਕੁਲ ਹੀ ਕਾਨੂੰਨ ਦਾ ਰਸਤਾ ਅਖਤਿਆਰ ਕੀਤਾ ਜਾਣਾ ਚਾਹੀਦਾ ਸੀ ਇਸ ਮਾਮਲੇ ਵਿੱਚ? ਜੇ ਉਹ ਦੋਸ਼ੀ ਸੀ ਤਾਂ ਉਹਨੂੰ ਅਦਾਲਤ ਸਜ਼ਾ ਦਿੰਦੀ। ਸਾਰੇ ਕੇਸਿਸ ਦੇ ਵਿੱਚ ਦੇਖੋ ਜੀ, ਕਾਨੂੰਨ ਦੀ ਉਲੰਘਣਾ ਅਸੀਂ ਨਹੀਂ ਕਰ ਸਕਦੇ, ਕਾਨੂੰਨ ਦੀ ਪਾਲਣਾ ਹੀ ਕਰਨਾ ਸਾਡਾ ਫਰਜ਼ ਆ। ਸੰਵਿਧਾਨ ਵੀ ਇਹੋ ਹੀ ਆਂਦਾ ਵਾ। ਨਹੀਂ, ਔਰ ਇਸ ਕੇਸ ਦੇ ਵਿੱਚ ਵੀ ਇਹਦਾ ਮਤਲਬ ਉਹਨਾਂ ਕੋਲੇ ਸਬੂਤ ਨਹੀਂ ਸਨ ਕੋਈ ਉਹਦੇ ਗੁਨਾਹਗਾਰ ਨਹੀਂ। ਹੋਣ ਦੇ? ਦੇਖੋ, ਜਦੋਂ ਸੁਮੇਧ ਸਿੰਘ ਸੈਣੀ ਦੇ ਕਾਫਲੇ ਤੇ ਹਮਲਾ ਹੁੰਦਾ ਵਾ, ਉਹਦੀ ਪ੍ਰੋਪਰ ਇਨਕੁਆਇਰੀ ਹੋਣੀ ਚਾਹੀਦੀ ਸੀਗੀ ਜੀ। ਔਰ ਇਨਕੁਆਇਰੀ ਦੇ ਵਿੱਚ ਕੁਝ ਨਾਂ ਆਏ ਵੀ ਆ ਬਾਅਦ ਦੇ ਵਿੱਚ, ਔਰ ਕੁਝ ਲੋਕਾਂ ਨੂੰ ਸ਼ਾਇਦ ਸਜ਼ਾ ਵੀ ਮਿਲੀ ਆ। ਦਵਿੰਦਰਪਾਲ ਭੁੱਲਰ ਲੇਕਿਨ ਸ਼ੱਕ ਦੇ ਆਧਾਰ ਦੇ ਉੱਤੇ ਤੁਸੀਂ ਕਿਸੇ ਦਾ ਤਸ਼ੱਦਦ ਕਿਸੇ ਨਾਲ ਕਰਕੇ ਉਹਦਾ ਫੇਕ ਐਨਕਾਊਂਟਰ ਕਰ ਦੇਣਾ, ਇਹ ਬਿਲਕੁਲ ਸਰਾਸਰ ਗਲਤ ਆ। ਪਰ ਇਹ ਤਾਂ ਐਨਕਾਊਂਟਰ ਵੀ ਨਹੀਂ ਸੀ, ਤੜਫਾ ਕੇ ਜੇਲ੍ਹ ਹਵਾਲਾਤ ਵਿੱਚ ਹੀ ਉਹਨੂੰ ਮਾਰ ਦਿੱਤਾ ਗਿਆ। ਤੇ ਇਹ ਸਾਰੇ ਕਾਸੇ ਦੇ ਵਿੱਚੋਂ ਜਦੋਂ ਹੁਣ ਇੱਦਾਂ ਦੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ, ਤੁਸੀਂ ਆਊਟਲੁੱਕ 'ਚ ਖੁਲਾਸੇ ਕਰ ਚੁੱਕੇ ਹੋ, ਤੁਸੀਂ ਪਿੰਕੀ ਦੀ ਇੰਟਰਵਿਊ 'ਚ ਖੁਲਾਸੇ ਕਰ ਚੁੱਕੇ ਹੋ, ਤੇ ਇੱਕ ਮੀਡੀਆ ਕਰਮੀ, ਇੱਕ ਜਰਨਲਿਸਟ ਜਿਹਨੂੰ ਮੀਡੀਆ ਨੂੰ ਚੌਥਾ ਥੰਮ ਕਿਹਾ ਜਾਂਦਾ ਹੈ ਸਮਾਜ ਦਾ, ਕਿ ਉਹ ਨਿਗਰਾਨੀ ਕਰਦਾ ਹੈ, ਵਾਚ ਡੌਗ ਦਾ ਕੰਮ ਕਰਦਾ ਹੈ, ਕੀ ਫਿਰ ਪੱਤਰਕਾਰਾਂ ਨੂੰ ਉਹਨਾਂ ਦੇ ਕ੍ਰੋਧ ਦਾ ਸ਼ਿਕਾਰ ਹੋਣਾ ਪੈਂਦਾ, ਸੱਤਾ ਦਾ, ਪੁਲਿਸ ਦਾ, ਤੇ ਤੁਹਾਨੂੰ ਕੁਝ ਝੱਲਣਾ ਪਿਆ ਇਹੋ ਜਿਹਾ ਕੁਛ? ਰਵੀ ਜੀ ਦੇਖੋ, ਮੇਰਾ ਆਪਣਾ ਮੰਨਣਾ ਵਾ ਕਿ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਬਹੁਤੇ ਜਰਨਲਿਸਟ ਇਹੋ ਜਿਹੀਆਂ ਇਨਵੈਸਟੀਗੇਸ਼ਨਸ ਨਹੀਂ ਕਰਦੇ। ਸ਼ਾਇਦ ਡਰਦੇ ਆ, ਨੁਕਸਾਨ ਵੀ ਹੋ ਜਾਂਦਾ, ਕਿਤੇ ਮੇਰਾ ਵੀ ਨੁਕਸਾਨ ਹੋਇਆ। ਲੇਕਿਨ ਪੁਆਇੰਟ ਇਹ ਆ ਵੀ ਜਿਹੜਾ ਸਾਡਾ ਫਰਜ਼ ਆ, ਆਫਟਰ ਇੱਕ ਜਰਨਲਿਸਟ ਦਾ ਫਰਜ਼ ਵੀ ਤੇ ਹੈ ਨਾ, ਮੇਰੇ ਖਿਆਲ ਸਾਨੂੰ ਫਰਜ਼ ਨਿਭਾਉਣਾ ਚਾਹੀਦਾ ਵਾ। ਔਰ ਜਦੋਂ ਵੀ ਕਾਨੂੰਨ ਦੀ ਉਲੰਘਣਾ ਹੁੰਦੀ ਆ ਉਹਨੂੰ ਉਜਾਗਰ ਕਰਨਾ ਚਾਹੀਦਾ ਵਾ। ਇਸ ਵੇਲੇ ਲੋੜ ਹੈ ਪੁਲਿਸ ਨੂੰ ਬਿਲਕੁਲ ਸਿਆਸੀਕਰਨ ਤੋਂ ਅਲੱਗ ਕਰਨ ਦੀ। ਕੋਈ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ, ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਔਰ ਉਹਦੇ ਨਾਲ ਨਾਲ ਜਿਵੇਂ ਡਾਕਟਰਸ ਜਦੋਂ ਡਾਕਟਰ ਬਣਦੇ ਆ, ਉਹਨਾਂ ਨੂੰ ਇੱਕ ਓਥ ਦਿੱਤਾ ਜਾਂਦਾ ਵਾ, ਉਸੇ ਤਰ੍ਹਾਂ ਹੀ ਪੁਲਿਸ ਅਫਸਰਾਂ ਨੂੰ ਟ੍ਰੇਨਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਓਥ ਦੇਣਾ ਚਾਹੀਦਾ, ਜਿਹੜਾ ਹਰ ਸਾਲ ਉਹਨਾਂ ਨੂੰ ਓਥ ਦਾ ਯਾਦ ਕਰਾਉਣਾ ਚਾਹੀਦਾ ਵਾ ਕਿ ਤੁਸੀਂ ਆਹ ਓਥ ਲਿਆ ਵਾ ਵੀ ਤੁਸੀਂ ਲੋਕਾਂ ਦੀ ਸੇਵਾ ਕਰਨੀ, ਲੋਕਾਂ ਤੇ ਤਸ਼ੱਦਦ ਨਹੀਂ ਕਰਨਾ। ਔਰ ਇਹਦੇ ਨਾਲ ਨਾਲ ਇੱਕ ਲੋਕਾਂ ਦੀ ਪੀਪਲਸ ਓਵਰਸਾਈਟ ਬੋਡੀ ਹੋਣੀ ਚਾਹੀਦੀ ਹੈ, ਜਿਸ ਭਾਵੇਂ ਰਿਟਾਇਰਡ ਜੱਜ ਹੋਣ, ਮਾਨਵਰ ਜਰਨਲਿਸਟ ਹੋਣ, ਜਾਂ ਕੋਈ ਹੋਰ ਸਮਾਜ ਸੇਵਕ ਹੋਣ, ਜਾਂ ਮਨੁੱਖੀ ਅਧਿਕਾਰਾਂ ਦੇ ਜਿਨ੍ਹਾਂ ਨੇ ਕੰਮ ਕੀਤਾ, ਯਾਨੀ ਕਿ ਨਿਰਪੱਖ ਤੇ ਫੇਅਰ ਕਿਸਮ ਦੇ, ਇਮਾਨਦਾਰ ਕਿਸਮ ਦੇ, ਦਿਆਨਤਦਾਰ ਲੋਕ ਹੋਣ। ਉਹ ਇੱਕ ਬੋਡੀ ਹੋਣੀ ਚਾਹੀਦੀ ਹੈ ਜਿਹੜੀ ਪੁਲਿਸ ਦੇ ਹਰ ਕੇਸ ਦੀ ਹਰ ਮਹੀਨੇ ਉਹਨਾਂ ਦੀ ਉਹ ਆਡਿਟ ਕਰਨ, ਔਰ ਉਹ ਰਿਪੋਰਟ ਜਿਹੜੀ ਆ ਉਹ ਵਿਧਾਨ ਸਭਾ ਦੇ ਪੇਸ਼ ਹੋਣੀ ਚਾਹੀਦੀ ਹੈ। ਪੁਲਿਸ ਦਾ ਜਿਸ ਤਰ੍ਹਾਂ 3rd ਡਿਗਰੀ ਟਾਰਚਰ ਦੇ ਤਰੀਕੇ ਨੇ, ਮੁਲਤਾਨੀ ਦੇ ਮਾਰੇ ਜਾਣ 'ਤੇ ਤਾਂ ਬਹੁਤ ਹੀ ਖੁਲਾਸੇ ਹੋਏ ਨੇ। ਪਿੰਕੀ ਨੇ ਵੀ ਦੱਸਿਆ ਕਿ ਉਹਦੇ ਪਿੱਛੇ ਡੰਡਾ ਦਿੱਤਾ ਗਿਆ, ਉਹ ਲਹੂ ਲੁਹਾਨ ਹੋਇਆ। ਤੁਸੀਂ ਵੀ ਇਹਦਾ ਵਿਸਥਾਰ 'ਚ ਖੁਲਾਸਾ ਕੀਤਾ ਆ। ਇਹ ਬਹੁਤ ਦਰਦਨਾਕ ਸਥਿਤੀਆਂ ਨੇ, ਕਿਸੇ ਨੂੰ ਵੀ ਇਸ ਤਰ੍ਹਾਂ ਮਾਰਨਾ ਜਾਂ ਉਹਨਾਂ ਦੇ ਐਂਗਲ ਬਣਾਉਣੇ, ਪੁੱਠੇ ਟੰਗਣਾ, ਹੋਰ ਬੜੇ ਤਰੀਕੇ। ਤੇ ਪੰਜਾਬ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਇੱਕ ਲੱਡਾ ਕੋਠੀ ਹੈ, ਜਿੱਥੇ ਇਸ ਵੇਲੇ ਕਿਸੇ ਪੁਲਿਸ ਦਾ ਵਿਭਾਗ ਦਾ ਦਫ਼ਤਰ ਵੀ ਹੈ। ਤੇ ਉਹ ਨਕਸਲੀ ਜਦੋਂ ਲਹਿਰ ਉੱਠੀ ਸੀ, ਹੱਕਾਂ ਦੀ ਲਹਿਰ ਉੱਠੀ ਸੀ, ਵਿੱਤੀ ਹੱਕਾਂ ਦੀ, ਜਾਇਦਾਦਾਂ ਦੇ ਹੱਕਾਂ ਦੀ, ਬਰਾਬਰਤਾ ਦੀ, ਵਿੱਤੀ ਪੱਖੋਂ ਬਰਾਬਰ ਹੋਣ ਦੀ, ਤੇ ਉਸ ਵੇਲੇ ਕਹਿੰਦੇ ਨੇ ਕਿ ਉਹ ਚਰਚਾ ਵਿੱਚ ਆਈ ਸੀ ਉਹ ਲੱਡਾ ਕੋਠੀ। ਤੇ ਉਸ ਤੋਂ ਬਾਅਦ ਪੰਜਾਬ ਵਿੱਚ ਜਿਹੜਾ ਇਹ ਕਾਲਾ ਦੌਰ ਅੱਤਵਾਦ ਦਾ ਆਇਆ, ਉਦੋਂ ਵੀ ਉੱਥੇ ਮੁੰਡੇ ਤਸ਼ੱਦਦ ਉਹਨਾਂ 'ਤੇ ਕੀਤੇ ਜਾਂਦੇ ਰਹੇ, ਲੋਕਾਂ 'ਤੇ ਲਿਜਾ ਕੇ। ਤੇ ਹੁਣ ਕੀ ਉਹੋ ਜਿਹੇ ਵਰਤਾਰੇ ਬਦਲਣੇ ਚਾਹੀਦੇ ਨੇ? ਜਿਹੜਾ ਪੁਲਿਸ ਦਾ ਤਹਿਕੀਕਾਤ ਦਾ ਤਰੀਕਾ ਹੈ, ਉਹਦੇ 'ਚ ਕਿਹੋ ਜਿਹੀ ਤਬਦੀਲੀ ਤੁਹਾਡੇ ਮੁਤਾਬਕ ਹੋਣੀ ਚਾਹੀਦੀ ਹੈ? ਦੇਖੋ ਜੀ, ਇੱਕ ਤੇ ਗੱਲ ਮੈਂ ਬਿਲਕੁਲ ਕਲੀਅਰ ਕਰਨਾ ਚਾਹੁੰਦਾ ਵਾਂ ਵੀ ਜੇ ਕੋਈ ਸ਼ਖਸ ਜਿਹੜਾ ਵਾ ਕਿਸੇ ਵੀ ਕਾਰਨ ਜੋ ਹਥਿਆਰ ਚੁੱਕਦਾ ਵਾ, ਕਾਨੂੰਨ ਦੀ ਉਲੰਘਣਾ ਕਰਦਾ ਵਾ, ਤੇ ਉਹਦੇ ਨਾਲ ਸਖਤੀ ਤੋਂ ਸਖਤੀ ਨਾਲ ਨਜਿੱਠਣਾ ਚਾਹੀਦਾ ਵਾ। ਜੇ ਉਹਦਾ ਇਨਕਾਊਂਟਰ
ਜੇ ਉਹ ਅੱਗੋਂ ਸਰੈਂਡਰ ਨਹੀਂ ਕਰਦਾ ਔਰ ਉਹ ਬੇਗੁਨਾਹਾਂ ਨਾਲ ਧੱਕਾ ਕਰਦਾ ਵਾ ਤੇ ਉਹਦਾ ਐਨਕਾਊਂਟਰ ਵੀ ਜਾਇਜ਼ ਆ। ਲੇਕਿਨ ਫੇਕ ਐਨਕਾਊਂਟਰ ਕਿਸੇ ਤਰੀਕੇ ਨਾਲ ਜਾਂ ਜਾਇਜ਼ ਨਹੀਂ, ਔਰ ਕਿਸੇ ਤਰੀਕੇ ਦੇ ਨਾਲ ਪੁਲਿਸ ਕਸਟਡੀ ਦੇ ਵਿੱਚ ਟਾਰਚਰ ਜਾਇਜ਼ ਨਹੀਂ। ਮੇਰਾ ਖਿਆਲ ਹੈ ਬਹੁਤ ਸਾਰੇ ਪੁਲਿਸ ਅਫਸਰ ਜਿਹੜੇ ਉਹ ਸੌਖਾ ਤਰੀਕਾ ਲੱਭਦੇ ਆ ਵੀ ਕੁੱਟ ਮਾਰ ਕੇ ਕਿਸੇ ਦੇ ਉੱਤੇ ਟਾਰਚਰ ਕਰਕੇ 3rd ਡਿਗਰੀ ਕਰਕੇ ਉਹ ਤੋਂ ਸੱਚ ਕਢਾ ਲਓ ਜਾਂ ਉਹ ਤੇ ਝੂਠ ਹੀ ਬੁਲਵਾ ਲਓ। ਐਟਲੀਸਟ ਆਪਣੀ ਜਾਨ ਬਚਾਉਣ ਲਈ ਬੰਦਾ ਸ਼ਾਇਦ ਝੂਠ ਵੀ ਬੋਲਦੇ ਹੋਰ ਲੋਕਾਂ ਨੂੰ ਫਸਾ ਦੇਵੇ। ਸੋ ਮੇਰਾ ਖਿਆਲ ਆ ਜਿਹੜੇ ਸਾਇੰਟੀਫਿਕ ਮੈਥਡਸ ਆ ਉਹ ਪੁਲਿਸ ਨੂੰ ਅਡਾਪਟ ਕਰਨੇ ਚਾਹੀਦੇ ਆ। ਔਖਾ ਕੰਮ ਹੈ, ਉਹ ਸੌਖਾ ਨਹੀਂ ਹੈਗਾ। ਉਹ ਔਖਾ ਕੰਮ ਆ ਕਿਉਂਕਿ ਉਹਦੇ 'ਚ ਤੁਸੀਂ ਕੁਐਸਚਨਿੰਗ ਕਰੋਗੇ, ਰਿਪੀਟਡ ਕੁਐਸਚਨਿੰਗ ਕਰੋਗੇ, ਅਗਲੇ ਨੂੰ ਤੁਸੀਂ ਉਹਦੀਆਂ ਕੁਐਸਚਨਿੰਗ ਆਨਸਰਿੰਗ ਦੇ ਵਿੱਚ ਉਹਦੀਆਂ ਗਲਤੀਆਂ ਲੱਭਣ ਦੀ ਕੋਸ਼ਿਸ਼ ਕਰੋਗੇ। ਔਖਾ ਕੰਮ ਆ ਔਰ ਬਹੁਤ ਸਾਰੇ ਪੁਲਿਸ ਆਫਿਸਰਸ ਟ੍ਰੇਨਡ ਹੀ ਨਹੀਂ ਇਸ ਕੰਮ ਵਾਸਤੇ। ਤੇ ਸਬਰ ਵਾਲਾ ਵੀ ਕੰਮ ਹੈ। ਸਬਰ ਵਾਲਾ ਵੀ ਕੰਮ ਆ। ਸੋ ਮੇਰਾ ਆਪਣਾ ਮੰਨਣਾ ਵਾ ਕਿ ਇੱਕ ਬਹੁਤ ਵੱਡੇ ਪੱਧਰ ਤੇ ਇੱਕ ਤਬਦੀਲੀ ਲਿਆਉਣ ਦੀ ਲੋੜ ਆ। ਬਹੁਤੇ ਮੁਲਕਾਂ ਨੇ ਤਬਦੀਲੀ ਕਰਤੀ ਆ ਜਾਂ ਕਰ ਰਹੇ ਆ, ਪਰ ਸਾਡੇ ਇੱਥੇ ਅਫਸੋਸ ਨਾਲ ਕਹਿਣਾ ਪੈਂਦਾ ਵੀ ਉਹੋ ਹੀ ਪਾਲਿਸੀਜ਼, ਉਹੋ ਹੀ ਸਿਸਟਮ ਅੱਜ ਵੀ ਚੱਲ ਰਿਹਾ ਵਾ। ਔਰ ਤੁਸੀਂ ਵੇਖਿਆ ਵਾ ਕਿ ਆ COVID-19 ਦੇ ਦੌਰਾਨ ਜੋ ਨਵਾਂ ਲਾਕਡਾਊਨ ਹੋਇਆ ਜਾਂ ਕਰਫਿਊ ਲੱਗਾ, ਉਦੋਂ ਵੀ ਪੁਲਿਸ ਜਿਹੜੀ ਆ ਉਸੇ ਤਰ੍ਹਾਂ ਹੀ ਲੋਕਾਂ ਨੂੰ ਡੰਡੇ ਨਾਲ ਮਾਰ ਰਹੀ ਸੀ, ਕੁੱਟ ਰਹੀ ਸੀਗੀ। ਸੋ ਸ਼ਾਇਦ ਇੱਕ ਇਹਨਾਂ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਇੱਕ ਚੇਂਜ ਲਿਆਉਣ ਦੀ ਲੋੜ ਹੈ। ਤੇ ਤੁਹਾਨੂੰ ਹੁਣ ਕੀ ਲੱਗਦਾ ਕਿ ਅੱਗੇ ਹੋਰ ਕਿਸ ਤਰ੍ਹਾਂ ਦਾ ਕੁਝ ਪੋਸੀਬਿਲਿਟੀਆਂ ਨੇ, ਸੰਭਾਵਨਾਵਾਂ ਨੇ ਕਿ ਹੁਣ ਕੋਈ ਤਬਦੀਲੀ ਆਏਗੀ ਨਿਆਂਤੰਤਰ ਵਿੱਚ, ਤਹਿਕੀਕਾਤ ਦੇ ਤੰਤਰ ਵਿੱਚ? ਤੇ ਤੁਸੀਂ ਇਹ ਆਵਾਜ਼ ਕਿੰਨੀ ਕੁ ਉਠਾਓਗੇ? ਕੋਈ ਲੱਗਦਾ ਤਾਂ ਨਹੀਂਗਾ ਵੀ ਕੋਈ ਤਬਦੀਲੀ ਆ ਰਹੀ ਹੈ ਕੋਈ ਜੀ। ਜੇ ਵਾਕਈ ਐਤਕੀ ਤੇ ਵਿਧਾਨ ਸਭਾ ਦਾ ਇਜਲਾਸ ਜਿਹੜਾ ਵਾ 28 ਤਰੀਕ ਨੂੰ ਸਿਰਫ ਇੱਕ ਦਿਨ ਦਾ ਇਜਲਾਸ ਹੈ, ਪਤਾ ਨਹੀਂ ਘੰਟਾ ਕਿ 2 ਘੰਟੇ ਵਾਸਤੇ ਹਾਊਸ ਨੇ ਮਿਲਣਾ ਵਾ। ਲੇਕਿਨ ਜਿਸ ਵੇਲੇ ਕੋਈ ਲੰਬਾ ਇਜਲਾਸ ਹੋਵੇ, ਮੈਂ ਚਾਹੂੰਗਾ ਕਿ ਇਸ ਮਸਲੇ ਤੇ ਇੱਕ ਡਿਟੇਲ ਡਿਸਕਸ਼ਨ ਹੋਵੇ ਔਰ ਪੰਜਾਬ ਪੁਲਿਸ ਦੇ ਵਿੱਚ ਤਬਦੀਲੀਆਂ ਜਿਹੋ ਜਿਹੀਆਂ ਲਿਆਉਣ ਦੀ ਲੋੜ ਹੈ ਉੱਤੇ ਡਿਸਕਸ਼ਨ ਤੋਂ ਬਾਅਦ ਤਬਦੀਲੀਆਂ ਲਿਆਂਦੀਆਂ ਜਾਣ। ਪਰ ਪਤਾ ਨਹੀਂ ਇਹ ਹੁਣ ਕਿਸ ਵੇਲੇ ਸਾਨੂੰ ਇਹ ਟਾਈਮ ਲੱਗੂਗਾ ਇਹ 'ਤੇ ਡਿਬੇਟ ਕਰਨ ਵਾਸਤੇ। ਪਰ ਇਸ ਮਸਲੇ ਨੂੰ ਲੈ ਕੇ ਮੈਂ ਸਰਕਾਰ ਨੂੰ ਆਪਣੀ ਇੱਕ ਚਿੱਠੀ ਦੀ ਸ਼ੇਪ ਦੇ ਵਿੱਚ ਸਿਫਾਰਿਸ਼ਾਂ ਜ਼ਰੂਰ ਲਿਖੋਗੇ ਜੀ। ਤੇ ਇਸ ਮਾਮਲੇ ਵਿੱਚ ਜਿਸ ਤਰ੍ਹਾਂ ਹੁਣ ਇੱਕ DGP ਤੇ ਕੇਸ ਦਰਜ ਹੋਣ ਦਾ, ਕਤਲ ਦਾ ਮਤਲਬ ਮੌਕਾ ਬਣ ਰਿਹਾ ਹੈ ਜਾਂ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਸਥਿਤੀਆਂ, ਤਾਂ ਮੇਰਾ ਖਿਆਲ ਹੈ ਪੰਜਾਬ ਸਟੇਟ ਪੁਲਿਸ ਦੇ ਜਿਹੜੇ ਕੰਮਕਾਜ ਦੇ ਤਰੀਕਿਆਂ ਵਿੱਚ, ਤਹਿਕੀਕਾਤ ਦੇ ਤਰੀਕਿਆਂ ਵਿੱਚ ਕੋਈ ਵੱਡਾ ਠੋਸ ਤਬਦੀਲੀ ਲਿਆ ਕੇ ਮੇਰਾ ਖਿਆਲ ਹੈ ਪੂਰੇ ਮੁਲਕ ਦੀ ਅਗਵਾਈ ਵੀ ਕਰ ਸਕਦੀ ਹੈ। ਤੇ ਇਹਦੇ ਨਾਲ ਹੀ ਇੱਕ ਹੋਰ ਪੱਤਰਕਾਰੀ ਨਾਲ ਸੰਬੰਧਿਤ ਸਵਾਲ ਕਿ ਤੁਸੀਂ ਵੱਖ-ਵੱਖ ਅਦਾਰਿਆਂ ਵਿੱਚ, ਵੱਖ-ਵੱਖ ਮੀਡੀਆ ਹਾਊਸਿਸ ਵਿੱਚ, ਇਲੈਕਟ੍ਰੋਨਿਕ ਮੀਡੀਆ ਵਿੱਚ, ਪ੍ਰਿੰਟ ਮੀਡੀਆ ਵਿੱਚ ਬੜਾ ਜ਼ਿਕਰਯੋਗ ਤੁਹਾਡਾ ਕਾਰਜ ਹੈ। ਤੇ ਇਹਦਾ ਆਊਟਲੁੱਕ ਦੀ ਰਿਪੋਰਟ ਦਾ ਜ਼ਿਕਰ ਵੀ ਹੋਇਆ ਹੈ ਕੋਰਟ ਵਿੱਚ, ਇਹਨੂੰ ਇੱਕ ਤੱਥ ਵਾਂਗੂ ਪੇਸ਼ ਕੀਤਾ ਗਿਆ ਹੈ ਕਿ ਜਦੋਂ ਤੁਸੀਂ ਡੇ ਐਂਡ ਨਾਈਟ ਵਿੱਚ ਸੌ ਤੇ ਲੋਕਾਂ ਨੂੰ ਉਡੀਕ ਸੀ, ਤੇ ਜਿਸ ਤਰ੍ਹਾਂ ਇੱਕ ਆਸ ਵੱਜੀ ਸੀ ਕਿ ਇੱਕ ਬਹੁਤ ਜਾਨਦਾਰ ਤੇ ਇੱਕ ਸੋਲਿਡ ਠੋਸ ਇੱਕ ਤੰਤਰ ਸਾਹਮਣੇ ਆ ਰਿਹਾ ਹੈ ਜਿੱਥੇ ਲੋਕਾਂ ਦੀ ਗੱਲ ਹੋਏਗੀ, ਤੇ ਉਹ ਸਾਰਾ ਕੁਝ ਸਿਰੇ ਨਹੀਂ ਲੱਗ ਸਕਿਆ। ਕੀ ਤੁਹਾਨੂੰ ਇਹਨਾਂ ਕਾਰਵਾਈਆਂ ਦਾ ਖਮਿਆਜਾ ਭੁਗਤਣਾ ਪਿਆ? ਦੇਖੋ, ਇਸ ਤਰ੍ਹਾਂ ਸੀਗਾ ਦੇਵੀ ਜੀ ਵੀ ਮੈਂ ਕਈ ਸਾਲ ਇੰਡੀਅਨ ਐਕਸਪ੍ਰੈਸ ਤੇ ਹਿੰਦੁਸਤਾਨ ਟਾਈਮਸ ਦਾ ਐਡੀਟਰ ਰਿਹਾ ਵਾਂ ਇੱਥੇ ਚੰਡੀਗੜ੍ਹ ਦੇ ਵਿੱਚ ਜੀ। ਮੈਨੂੰ ਲੱਗਾ ਕਿ ਜਿਸ ਤਰ੍ਹਾਂ ਚੰਗੀਆਂ ਅਖਬਾਰਾਂ ਵਾਂ, ਭਾਵੇਂ ਉਹ ਟ੍ਰਿਬਿਊਨ ਹੈ ਜਾਂ ਇੰਡੀਅਨ ਐਕਸਪ੍ਰੈਸ ਹੈ ਜਾਂ ਹਿੰਦੁਸਤਾਨ ਟਾਈਮਸ ਹੈ, ਟਾਈਮਸ ਆਫ ਇੰਡੀਆ ਜਾਂ ਕੋਈ ਵਰਨੈਕੂਲਰ ਪੇਪਰਸ ਹੈ, ਉਸੇ ਤਰ੍ਹਾਂ ਹੀ ਸਾਨੂੰ ਇੱਕ ਚੰਗੇ ਟੀਵੀ ਦੀ ਲੋੜ ਹੈ। ਬਿਲਕੁਲ, ਅਸੀਂ ਇਸ ਚੰਗੇ ਟੀਵੀ ਦੀ ਕੋਸ਼ਿਸ਼ ਦੇ ਵਿੱਚ ਡੇ ਐਂਡ ਨਾਈਟ ਨੂੰ ਖੋਲ੍ਹਿਆ ਸੀ। ਜਸਪਾਲ ਸਿੰਘ ਕੰਧਾਰੀ ਨੇ ਉਹਦੇ ਵਿੱਚ ਪੈਸਾ ਲਾਇਆ ਸੀ, ਕੰਪਨੀ ਬਣਾਈ, ਮੇਰੇ ਦੋਸਤ ਨੇ ਜਸਪਾਲ ਸਿੰਘ ਕੰਧਾਰੀ ਸਾਹਿਬ ਜੀ। ਅਸੀਂ ਉੱਥੇ 3-4 ਸਾਲ ਬਹੁਤ ਆਪਣੇ ਵੱਲੋਂ ਮਿਹਨਤ ਕੀਤੀ, ਚੰਗਾ ਕੰਮ ਕੀਤਾ। ਲੇਕਿਨ ਉਸ ਵੇਲੇ ਜਿਹੜੇ ਸੱਤਾਧਰ ਲੋਕ ਸੀਗੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹ ਆਪਣੀ ਮਨਮਰਜ਼ੀ ਨਹੀਂ ਕਰ ਸਕਣਗੇ। ਉਹਨਾਂ ਨੂੰ ਲੱਗਾ ਕਿ ਜਿਹੜਾ ਚੈਨਲ ਉਹਨਾਂ ਚਲਾਇਆ ਵਾ ਉਹ ਚੈਨਲ ਨਹੀਂ ਚੱਲ ਸਕੂਗਾ, ਉਹਨਾਂ ਨੂੰ ਸਾਡੇ ਤੋਂ ਖਤਰਾ ਲੱਗਾ। ਸੋ ਉਹਨਾਂ ਨੇ ਜਿਹੜਾ ਕੇਬਲ ਸਿਸਟਮ ਸੀ ਇੱਥੇ, ਕੇਬਲ ਮਾਫੀਆ ਸੀ, ਉਹਨੂੰ ਮੈਨੂਪੂਲੇਟ ਕਰਕੇ ਸਾਡੇ ਚੈਨਲ ਜਿਹੜਾ ਵਾ ਉਹਨੂੰ ਏਅਰ ਨਹੀਂ ਹੋਣ ਦਿੱਤਾ ਔਰ ਚੈਨਲ ਹੌਲੀ ਹੌਲੀ ਫਿਰ ਉਹਨੂੰ ਇੱਕ ਤਰੀਕੇ ਨਾਲ ਜਿਵੇਂ ਅੰਗਰੇਜ਼ੀ 'ਚ ਥ੍ਰੋਟਲ ਕਰਤਾ, ਉਹ ਚੈਨਲ ਜਿਹੜਾ ਵਾ ਬੰਦ ਹੋ ਗਿਆ। ਇਹ ਬਹੁਤ ਅਫਸੋਸ ਦੀ ਗੱਲ ਆ ਕਿਉਂਕਿ ਉਸ ਤੋਂ ਬਾਅਦ ਬਹੁਤ ਸਾਰੇ ਹੋਰ ਚੈਨਲ, ਪੰਜਾਬੀ ਦੇ ਚੈਨਲ ਜਿਹੜੇ ਪੰਜਾਬ ਦੇ ਵਿੱਚ ਆਉਣਾ ਚਾਹੁੰਦੇ ਸੀ, ਉਹਨਾਂ ਨੂੰ ਵੀ ਆਉਣ ਨਹੀਂ ਦਿੱਤਾ ਜੀ। ਮੇਰਾ ਖਿਆਲ ਹੈ ਕਿ ਇਹ ਨੁਕਸਾਨ ਜੋ ਜਸਪਾਲ ਸਿੰਘ ਕੰਧਾਰੀ ਦਾ ਜਾਂ ਮੇਰਾ ਕਮਰ ਸੰਧੂ ਦਾ ਨੁਕਸਾਨ ਹੋਇਆ, ਉਹਦੇ ਤੋਂ ਕਿਤੇ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ। ਔਰ ਲੋਕਾਂ ਨੂੰ ਇੱਕ ਚੰਗਾ ਚੈਨਲ ਜਿਹੜਾ ਮਿਲ ਰਿਹਾ ਸੀ, ਜੇ ਉਹ ਚੱਲਦਾ ਤੇ ਹੋਰ ਵੀ ਚੰਗੇ ਚੈਨਲ ਆ ਸਕਦੇ ਸੀਗੇ। ਪਰ
ਅਫਸੋਸ ਇਹ ਆ ਕਿ ਜਿਹੜਾ ਕੇਬਲ ਮਾਫੀਆ ਉਸ ਵੇਲੇ ਸਰਗਰਮ ਸੀ, ਜਿਹਨੇ ਸਾਨੂੰ ਨਹੀਂ ਚੱਲਣ ਦਿੱਤਾ, ਡੇ ਐਂਡ ਨਾਈਟ ਨੂੰ ਨਹੀਂ ਚੱਲਣ ਦਿੱਤਾ, ਔਰ ਹੋਰ ਕਈ ਚੈਨਲਸ ਨੂੰ ਪੰਜਾਬ 'ਚ ਨਹੀਂ ਆਉਣ ਦਿੱਤਾ, ਉਹ ਅੱਜ ਵੀ ਉਸੇ ਤਰ੍ਹਾਂ ਹੀ ਸਰਗਰਮ ਹੈ। ਸੋ ਇਹਦਾ ਮਤਲਬ ਹੈ ਵੀ ਕਿਤੇ ਨਾ ਕਿਤੇ ਇਹ ਸਾਰੇ ਕੰਮਕਾਜ ਦੇ ਵਿੱਚ ਇਹ ਸਰਕਾਰਾਂ ਦੀ ਮਿਲੀ ਭੁਗਤ ਆ। ਉਸ ਕੇਬਲ ਮਾਫੀਆ ਨੇ ਮੇਰੇ ਖਿਲਾਫ ਡੈਫੇਮੇਸ਼ਨ ਦਾ ਕੇਸ ਵੀ ਕੀਤਾ। ਉਹ ਕੇਸ ਜਿਹੜਾ 4-5 ਸਾਲ ਚੱਲਦਾ ਰਿਹਾ। ਉਹਨਾਂ ਨੇ, ਔਰ ਮੇਰੇ ਤੇ ਇਲਜ਼ਾਮ ਇਹ ਸੀ ਵੀ ਇਹਨੇ ਕੇਬਲ ਮਾਫੀਆ ਨੂੰ ਮਾਫੀਆ ਕਿਹਾ ਵਾ, ਮਾਫੀਆ ਨੂੰ ਮਾਫੀਆ ਕਿਹਾ ਵਾ। ਉਹ ਖੈਰ ਕੇਸ ਜਿਹੜਾ ਵਾ ਮੇਰੇ ਹੱਕ 'ਚ ਹੋ ਗਿਆ, ਔਰ ਪਰ ਉਹਦੇ ਨਾਲ ਜਿਹੜਾ ਸਿਚੁਏਸ਼ਨ ਨਹੀਂ ਬਦਲੀ। ਅੱਜ ਵੀ ਉਸੇ ਤਰ੍ਹਾਂ ਹੀ ਜਿਹੜਾ ਕੇਬਲ ਦੀ ਆਪਰੇਸ਼ਨ ਹੈ ਉਸੇ ਤਰ੍ਹਾਂ ਹੀ, ਔਰ ਸਰਕਾਰ ਇੱਕ ਸਹੀ ਕੇਬਲ ਸਿਸਟਮ ਲੋਕਾਂ ਨੂੰ ਅੱਜ ਵੀ ਨਹੀਂ ਦੇ ਸਕੀ। ਇਹਦਾ ਨੁਕਸਾਨ ਜਿਹੜਾ ਵਾ ਇਹ ਪੰਜਾਬ ਦੇ ਲੋਕਾਂ ਨੂੰ ਹੋ ਰਿਹਾ। ਤੇ ਤੁਹਾਨੂੰ ਲੱਗਦਾ ਕਿ ਲੋਕ ਕੋਈ ਜਵਾਬ ਮੰਗ ਸਕਦੇ ਨੇ, ਕਿਉਂਕਿ ਲੋਕ ਤਾਂ ਆਪਣਿਆਂ ਲਈ ਨਿਆਂ ਨਹੀਂ ਲੈ ਸਕੇ? ਦੇਖੋ ਜੀ, ਇਹ ਚੀਜ਼ ਸਿਆਸੀ ਪਾਰਟੀਆਂ ਨੂੰ ਚੁੱਕਣੀ ਚਾਹੀਦੀ ਹੈ, NGOs ਨੂੰ ਚੁੱਕਣੀ ਚਾਹੀਦੀ ਹੈ, ਆਮ ਲੋਕੀ ਜਿਹੜੇ ਪ੍ਰੈਸ਼ਰ ਗਰੁੱਪਸ ਆ ਉਹਨਾਂ ਨੂੰ ਚੁੱਕਣੀ ਚਾਹੀਦੀ ਹੈ, ਔਰ ਮੀਡੀਆ ਨੂੰ ਚੁੱਕਣੀ ਚਾਹੀਦੀ ਹੈ। ਮੈਂ ਜਦੋਂ ਡੇ ਐਂਡ ਨਾਈਟ ਦੇ ਵਿੱਚ ਇਸ ਮਾਫੀਆ ਦੇ ਖਿਲਾਫ ਲੜ ਰਿਹਾ ਸੀ, ਤੇ ਉਦੋਂ ਮੈਂ ਵੇਖਿਆ ਵੀ ਕੋਈ ਪ੍ਰਿੰਟ ਮੀਡੀਆ ਜਾਂ ਬਾਕੀ ਕਿਸੇ TV ਮੀਡੀਆ ਨੇ ਮੇਰੀ ਮਦਦ ਨਹੀਂ ਕੀਤੀ। ਉਹਨਾਂ ਨੂੰ ਲੱਗਾ ਵੀ ਇਹ ਸ਼ਾਇਦ ਉਹਦਾ ਕੋਈ ਨਿੱਜੀ ਸਵਾਰਥ ਹੈ ਜਾਂ ਉਹਦਾ ਕੋਈ ਨਿੱਜੀ ਮਸਲਾ। ਮੇਰਾ ਕੋਈ ਨਿੱਜੀ ਮਸਲਾ ਨਹੀਂ ਸੀਗਾ। ਮੇਰਾ ਗੁਰਦੀਪ ਸਿੰਘ ਜਿਹੜੇ ਕੇਬਲ ਸਿਸਟਮ ਚਲਾ ਰਹੇ ਆ, ਉਹ ਮੈਨੂੰ ਮਿਲਦੇ ਰਹਿੰਦੇ ਆ, ਕੋਈ ਪ੍ਰੋਬਲਮ ਨਹੀਂ ਗੀ, ਮੇਰੀ ਨਿੱਜੀ ਕੋਈ ਪ੍ਰੋਬਲਮ ਨਹੀਂ ਗੀ। ਮੈਂ ਤੇ ਸਿਸਟਮ ਦੇ ਖਿਲਾਫ ਲੜ ਰਿਹਾ ਸੀ, ਜੋ ਸਿਸਟਮ ਲੋਕਾਂ ਦੇ ਹਿੱਤ ਦੇ ਵਿੱਚ ਨਹੀਂ ਸੀ। ਔਰ ਮੇਰਾ ਅੱਜ ਵੀ ਮੰਨਣਾ ਵਾ ਕਿ ਇੱਕ ਡਿਫਰੈਂਟ ਕੇਬਲ ਸਿਸਟਮ ਲੈ ਕੇ ਆਉਣ ਦੀ ਲੋੜ ਆ, ਔਰ ਸਾਨੂੰ ਲੋੜ ਹੈ ਚੰਗੇ TV ਚੈਨਲਸ ਦੀ। ਕੋਈ ਰਿਪਰੈਜ਼ੈਂਟੇਸ਼ਨ ਇਸ ਤਰ੍ਹਾਂ ਦੀ ਵੀ ਦਿਓਗੇ? ਇਸ ਤਰ੍ਹਾਂ ਦੀ ਕੋਈ ਰਿਪਰੈਜ਼ੈਂਟੇਸ਼ਨ ਵੀ ਦਿਓਗੇ ਅੱਗੇ ਸਰਕਾਰਾਂ ਤੱਕ ਪਹੁੰਚਦੀ ਕਰੋਗੇ? ਰਿਪਰੈਜ਼ੈਂਟੇਸ਼ਨ ਦੇ ਕੇ ਥੱਕ ਗਿਆ ਜੀ ਮੈਂ। ਤੇ ਉਦੋਂ ਅੰਬਿਕਾ ਸੋਨੀ ਕੇਂਦਰ ਮੰਤਰੀ ਸੀ, I&B ਮਿਨਿਸਟਰ ਸੀ, ਉਹਨਾਂ ਨੂੰ ਮਿਲਿਆ, ਅਫਸਰਾਂ ਨਾਲ ਗੱਲਬਾਤ ਕੀਤੀ। ਫਿਰ ਮਨੀਸ਼ ਤਿਵਾੜੀ ਮੰਤਰੀ ਬਣੇ, ਉਹਨਾਂ ਨੂੰ ਮਿਲਿਆ। ਮੈਂ ਉਹਨਾਂ ਨੂੰ ਦੱਸਿਆ ਵੀ ਇਹਦਾ ਇਲਾਜ ਕੀ ਆ। ਪ੍ਰੋਬਲਮ ਹੈਗੀ ਆ ਕੇਬਲ ਐਕਟ ਦੇ ਵਿੱਚ। ਕੇਬਲ ਐਕਟ ਦੇ ਵਿੱਚ ਤਬਦੀਲੀ ਦੀ ਲੋੜ ਆ, ਜਿਹੜੀ ਨਾ ਕੇਂਦਰ ਲਿਆ ਸਕਿਆ ਵਾ ਤੇ ਨਾ ਰਾਜ ਸਰਕਾਰਾਂ ਨੇ ਇਹਨੂੰ ਟੇਕ ਅਪ ਹੀ ਕੀਤਾ ਵਾ। ਔਰ ਸਿਸਟਮ ਉਸੇ ਤਰ੍ਹਾਂ ਦੇ ਹੀ ਉਸੇ ਤਰ੍ਹਾਂ ਅੱਜ ਵੀ ਚੱਲ ਰਿਹਾ ਵਾ। ਔਰ ਇਸੇ ਤਰ੍ਹਾਂ ਇਸੇ ਕਰਕੇ ਹੀ ਤੁਸੀਂ ਵੇਖਿਆ ਹੋਣਾ ਵਾ ਕਿ ਚਲੋ ਚੰਗੇ ਚੈਨਲ ਆ, ਕੁਝ ਆ ਗਏ ਆ, ਪਰ ਜਿਹੋ ਜਿਹੇ ਚੈਨਲ ਚੰਗੇ ਆਉਣੇ ਚਾਹੀਦੇ ਸੀ ਉਹ ਅੱਜ ਵੀ ਨਹੀਂ ਆਏ ਜੀ। ਅਸੀਂ ਸੁਮੇਧ ਸੈਣੀ ਖਿਲਾਫ ਕਤਲ ਦਾ ਕੇਸ ਦਰਜ ਹੋਣ ਤੋਂ ਲੈ ਕੇ ਮੀਡੀਆ ਦੀ ਸਥਿਤੀ ਤੇ ਕੇਬਲ ਐਕਟ ਜਾਂ TV ਚੈਨਲਾਂ ਨੂੰ ਚੱਲਣ ਦੇਣਾ ਜਾਂ ਨਹੀਂ ਚੱਲਣ ਦੇਣਾ, ਤੇ ਸੱਤਾ ਦੀ ਕਿੰਨੀ ਕੁ ਦਖਲਅੰਦਾਜ਼ੀ ਇਹ ਸਾਰੇ ਕੁਝ ਵਿੱਚ ਹੁੰਦੀ ਹੈ, ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ, ਤੇ ਪ੍ਰੈਸ਼ਰ ਗਰੁੱਪਸ ਨੂੰ ਕੀ ਕਰਨਾ ਚਾਹੀਦਾ, ਇਹਦੇ ਤੇ ਅਸੀਂ ਵਿਸਥਾਰ 'ਚ ਗੱਲਬਾਤ ਕੀਤੀ ਹੈ ਕੰਵਰ ਸੰਧੂ ਹੋਰਾਂ ਨਾਲ। ਕੰਵਰ ਸੰਧੂ ਹੋਰਾਂ ਨੇ ਸਾਨੂੰ ਬਹੁਤ ਅਹਿਮ ਗੱਲਾਂ, ਠੋਸ ਗੱਲਾਂ ਤੋਂ ਜਾਣੂ ਕਰਵਾਇਆ। ਸੰਧੂ ਸਾਹਿਬ, ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ, ਤੇ ਇੰਨਾ ਸਮਾਂ ਸਾਨੂੰ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ। ਥੈਂਕ ਯੂ, ਬਹੁਤ ਬਹੁਤ ਧੰਨਵਾਦ। ਤੁਸੀਂ ਸਮਾਂ ਕੱਢ ਕੇ ਮੇਰੇ ਨਾਲ ਗੱਲਬਾਤ ਕੀਤੀ। ਥੈਂਕ ਯੂ ਵੈਰੀ ਮਚ ਜੀ। ਤੁਸੀਂ TV ਪੰਜਾਬ ਦੇਖਦੇ ਰਹੋ। ਅਸੀਂ ਅਲੱਗ-ਅਲੱਗ ਤਰ੍ਹਾਂ ਦੀਆਂ ਵੀਡੀਓਜ਼ ਤੇ ਖਬਰਾਂ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਵਾਂਗੇ। ਸਾਨੂੰ ਅੱਗੇ ਸ਼ੇਅਰ ਵੀ ਕਰੋ, ਸਬਸਕ੍ਰਾਈਬ ਵੀ ਕਰੋ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।